ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਜੇ ਹਿਰਦੈ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵ। ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਵੰਦਾਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰੂ ਜੋ ਦਾਬਲੀ ਬਸ ਭਗਤਨ ਕੇ ਨੀਤ। ਇੱਕ ਦਿਨ ਬੈਠੇ ਸਭਾ ਮਹਿ ਦਰਸ ਹੈ ਸਿੱਖ ਮੁਦ ਚੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਪਾਵਨ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਬੜਭਾਗੀ ਹੋ। ਨਿਤਾਂ ਪ੍ਰਤ ਨਿਆਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਪਰ ਛੇਵੇਂ ਪਾਤਸ਼ਾਹ ਬੜੇ ਪ੍ਰਸੰਨ ਰਹਿੰਦੇ ਨੇ। ਜਿਹੜਾ ਬਚਨ ਮਹਾਰਾਜ ਨੇ ਕੀਤਾ ਸੀ, ਪੁੱਤਰ ਜਾਮਾ ਸੰਕੋਚ ਕੇ ਚੱਲਣਾ ਹੈ। ਮਹਾਰਾਜ ਜੀ ਹਰ ਵਕਤ ਆਪਣੇ ਜਾਮੇ ਨੂੰ ਸੰਕੋਚ ਕੇ ਰੱਖਦੇ, ਉਹਦੇ ਪੱਲੇ ਹੱਥ ਵਿੱਚ ਫੜੇ ਹੁੰਦੇ ਨੇ, ਜਿਹਨੂੰ ਵੇਖ ਕੇ ਛੇਵੇਂ ਪਾਤਸ਼ਾਹ ਬੜੀ ਖੁਸ਼ੀ ਕਰਦੇ ਨੇ। ਸੰਗਤਾਂ ਦੇ ਵਿੱਚ ਵੀ ਹੌਲੀ ਹੌਲੀ ਇਹ ਗੱਲ ਫੈਲਣ ਲੱਗ ਪਈ ਕਿ ਮਹਾਰਾਜ ਜੀ ਆਪਣੀ ਗੱਦੀ ਪੋਤਰੇ ਨੂੰ ਦੇਣਗੇ। ਇਹ ਖਬਰ ਮਾਤਾ ਨਾਨਕੀ ਜੀ ਦੇ ਕੰਨੀ ਪਈ ਔਰ ਮਾਤਾ ਮਰਵਾਈ ਜੀ ਨੂੰ ਪਤਾ ਲੱਗਿਆ। ਉਹਨਾਂ ਦਾ ਚਿੱਤ ਵੀ ਚਿੰਤਾ ਨਾਲ ਭਰ ਗਿਆ। ਮਾਤਾ ਜੀ ਵਿਚਾਰਦੇ ਨੇ ਕਿ ਮੇਰਾ ਪੁੱਤਰ ਜਿਹਨੇ ਕਦੇ ਹੰਕਾਰ ਨਹੀਂ ਕੀਤਾ ਆਪਣੇ ਪਿਤਾ ਦੇ ਸਾਹਮਣੇ,
ਸਦਾ ਹੀ ਆਪਣੇ ਪਿਤਾ ਜੀ ਦੇ ਕੀਤੇ ਨੂੰ ਸਤ ਕਰਕੇ ਜਾਣਦਾ ਹੈ। ਉਹਨਾਂ ਦੇ ਮਨ ਵਿੱਚ ਨਿਮਰਤਾ ਬੜੀ ਹੈ, ਗੁਣਾਂ ਦੇ ਨਾਲ ਭਰਪੂਰ ਨੇ। ਇਸ ਦੇ ਬਾਵਜੂਦ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਤਾ ਨਹੀਂ ਆਪਣੇ ਪੋਤਰੇ ਨੂੰ ਇੰਨਾ ਜ਼ਿਆਦਾ ਕਿਉਂ ਵਡਿਆ ਰਹੇ ਨੇ। ਮਾਤਾ ਮਰਵਾਈ ਜੀ ਦੀ ਚਿੰਤਾ ਤਾਂ ਬਹੁਤ ਹੀ ਜ਼ਿਆਦਾ ਵੱਧ ਗਈ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਅਰਜ਼ ਵੀ ਕੀਤੀ ਮਾਤਾ ਜੀ ਨੇ। ਸਤਿਗੁਰੂ ਆਪ ਜੀ ਦਾ ਸੁਪੁੱਤਰ ਸੂਰਜਮਲ ਹਰ ਤਰ੍ਹਾਂ ਯੋਗ ਹੈ। ਗੁਰੂ ਘਰ ਦੇ ਜਿਤਨੇ ਕਾਰ ਵਿਹਾਰ ਉਹ ਸੰਭਾਲਦਾ ਹੈ, ਬੜੀ ਸੇਵਾ ਕਰਦਾ ਹੈ, ਪਰ ਤੁਸਾਂ ਨੇ ਕਦੇ ਉਹਦੇ ਵੱਲ ਵੇਖਿਆ ਤੱਕ ਨਹੀਂ। ਪਰ ਆਪਣੇ ਪੋਤਰੇ ਨੂੰ ਬੜਾ ਵਡਿਆਉਂਦੇ ਹੋ। ਵੱਡਾ ਪੁੱਤਰ ਆਪੇ ਗੁਰੂ ਬਣ ਬੈਠਾ ਹੈ। ਉਹਨੇ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੋਤਰੇ ਨੂੰ ਵੀ ਆਪਣੇ ਨਾਲ ਲਾ ਲਿਆ, ਸੰਗਤ ਵਿੱਚ ਕਹਾ ਲਿਆ ਵੀ ਮੈਂ ਗੁਰੂ ਹਾਂ। ਪਰ ਤੁਹਾਡਾ ਪੁੱਤਰ ਸੂਰਜਮਲ ਕੀ ਕਰੇਗਾ? ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ, ਚਿੰਤਾ ਨਾ ਕਰੋ, ਗੁਰੂ ਦੇ ਪੁੱਤਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ, ਨਾ ਹੀ ਹੋਵੇਗੀ। ਸਾਰਾ ਜਗਤ ਗੁਰਸਿੱਖ ਸੰਗਤਾਂ ਇਹਨਾਂ ਦੀ ਸੇਵਾ ਕਰੇਗਾ। ਇਹਨਾਂ ਨੂੰ ਵੀ ਆ ਕੇ ਲੋਕ ਪੂਜਿਆ ਕਰਨਗੇ। ਪਰ ਜੇ ਗੱਲ ਗੁਰਤਾ ਗੱਦੀ ਦੀ ਹੈ, ਗੁਰਤਾ ਗੱਦੀ ਤਾਂ ਉਸ ਨੂੰ ਹੀ ਪ੍ਰਾਪਤ ਹੋਵੇਗੀ ਜਿਹਨੂੰ ਧੁਰ ਦਰਗਾਹੋਂ ਬਖਸ਼ਿਸ਼ ਮਿਲੀ ਹੈ। ਵੱਡੇ ਭਾਗਾਂ ਵਾਲਾ ਇਸ ਗੱਦੀ ਤੇ ਬੈਠੇਗਾ, ਤੇ ਗੱਦੀ ਦੇਣੀ ਤੇ ਲੈਣੀ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ, ਇੱਥੋਂ ਤਾਈਂ ਵੀ ਸਾਡੇ ਹੱਥ ਵਿੱਚ ਵੀ ਨਹੀਂ। ਜੇਕਰ ਕੋਈ ਲੱਖਾਂ ਯਤਨ ਕਰੇ ਤਾਂ ਵੀ ਗੱਦੀ ਪ੍ਰਾਪਤ ਨਹੀਂ ਹੋ ਸਕਦੀ। ਬਾਕੀ ਪੁੱਤਰ ਹੋਵੇ, ਸੰਬੰਧੀ ਹੋਵਣ, ਰਿਸ਼ਤੇਦਾਰ ਹੋਵਣ, ਸੇਵਕ ਸਿੱਖ ਹੋਵਣ, ਇਹਨਾਂ ਵਿੱਚੋਂ ਜਿਹੜਾ ਵੀ ਅਜਰ ਨੂੰ ਜਰੇਗਾ, ਗੁਣਾਂ ਦਾ ਧਾਰਨੀ ਹੋਵੇਗਾ, ਜਿਹਦੇ ਉੱਪਰ ਪ੍ਰਭੂ ਦੀ ਕਿਰਪਾ ਹੋਵੇਗੀ, ਉਹਨੂੰ ਇਹ ਦਾਤ ਮਿਲੇਗੀ। ਤੇ ਜਿਹੜਾ ਖੋਟ ਰੱਖ ਕੇ ਗੁਰਤਾ ਗੱਦੀ ਦੀ ਪ੍ਰਾਪਤੀ ਲਈ ਯਤਨ ਕਰੇਗਾ, ਤੇ ਉਹਨੂੰ ਆਪਣੇ ਕੀਤੇ ਮਾੜੇ ਕਰਮਾਂ ਦਾ ਫਲ ਮਿਲੇਗਾ। ਸੋ ਇਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਮਾਤਾ ਮਰਵਾਈ ਜੀ ਨੂੰ ਸਮਝਾਇਆ। ਆਓ ਅਗਲੇ ਪ੍ਰਕਰਣ ਸਰਵਣ ਕਰੀਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਬਾਬਾ ਆਨੰਦ ਜੀ ਹੋਏ ਨੇ, ਬਾਬਾ ਮੋਹਰੀ ਜੀ ਦੇ ਪੁੱਤਰ। ਇਹ ਵੀ ਬੜੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ। ਇਹਨਾਂ ਦੀ ਕਥਾ ਆਪਾਂ ਸਰਵਣ ਕਰਦੇ ਹਾਂ। ਸੁਰਤੀਆਂ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਪਾਸ ਜੋੜਨ ਵਾਸਤੇ ਸਮੂਹ ਸੰਗਤਾਂ ਅਦਬ ਨਾਲ ਜਪੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਸਤਿਗੁਰ ਜੋਦਾ ਬਲੀ ਬਸ ਭਗਤਨ ਕੇ ਨੀਤ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੂਰਬੀਰ ਯੋਧੇ ਸਦਾ ਹੀ ਆਪਣੇ ਭਗਤਾਂ ਦੇ ਵਸ ਦੇ ਵਿੱਚ ਨੇ। ਭਾਵੇਂ ਸਾਰਾ ਸੰਸਾਰ ਪਰਮੇਸ਼ਰ ਦੇ ਵਸ ਵਿੱਚ ਹੈ, ਪਰ ਪਰਮੇਸ਼ਰ ਜੀ ਆਪਣੇ ਭਗਤ ਪਿਆਰਿਆਂ ਦੇ ਵਸ ਵਿੱਚ ਨੇ, ਜਿਨ੍ਹਾਂ ਭਗਤਾਂ ਨੇ ਆਪਣਾ ਤਨ ਮਨ ਧਨ ਸਭ ਕੁਝ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ। ਇੱਕ ਦਿਨ ਬੈਠੇ ਸਭਾ ਮਹਿ ਦਰਸੈ ਸਿਗਮਤ ਚੀਤ। ਇੱਕ ਦਿਨ ਮਹਾਰਾਜ ਜੀ ਆਪਣੀ ਸਭਾ ਵਿੱਚ ਬੈਠੇ ਸਨ। ਗੁਰਸਿੱਖ ਪਿਆਰੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ। ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਉਹਨਾਂ ਦੇ ਚਿੱਤ ਦੇ ਅੰਦਰ ਬੜੀ ਪ੍ਰਸੰਨਤਾ ਪੈਦਾ ਹੁੰਦੀ ਹੈ। ਕਿਨਹੂ ਖਬਰ ਆਏ ਤਬ ਦੀਨ। ਕਿਸੇ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਇਸ ਗੱਲ ਦੀ ਖਬਰ ਦਿੱਤੀ ਹੈ। ਗੋਇੰਦਵਾਲ ਬਾਸ ਜਨ ਕੀਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉੱਪਰ ਭਲਿਆਂ ਕੀ ਕੁਲ ਭਗਤ ਵਿਸਾਲਾ। ਭਲਿਆਂ ਦੀ ਜਿਹੜੀ ਕੁਲ ਹੈ ਉਹ ਵੱਡੇ ਭਗਤ ਨੇ, ਜਿਹੜੇ ਉਸ ਪਾਵਨ ਸਥਾਨ ਤੇ ਵਸਦੇ ਨੇ।
ਕਲਵੀਦਾਸ ਨੇ ਅਰਜ਼ ਕੀਤੀ ਸੀ, ਗੁਰੂ ਸਾਹਿਬ ਦੀ ਸੰਤਾਨ ਵਿੱਚੋਂ ਜਿਹੜੀ ਭਲਿਆਂ ਦੀ ਕੁੱਲ ਸੀ, ਇਹ ਭਗਤ ਹੀ ਸਨ ਸਾਰੇ। ਬਾਬਾ ਮੋਹਰ ਜੀ, ਬਾਬਾ ਮੋਹਰੀ ਜੀ, ਬਾਬਾ ਆਨੰਦ ਜੀ, ਬਾਬਾ ਪਰਮਾਨੰਦ ਜੀ, ਬਾਬਾ ਸੁੰਦਰ ਜੀ, ਇਹ ਜਿੰਨੇ ਵੀ ਹੋਏ ਨੇ ਇਹ ਸਾਰੇ ਮਹਾਂਪੁਰਖ ਉੱਚ ਕੋਟੀ ਦੇ ਸਾਧੂ ਹੋਏ ਹਨ। ਇਸ ਕਰਕੇ ਕਵੀ ਜੀ ਨੇ ਬਚਨ ਨੇ ਹਰ ਵਕਤ ਸਿੱਖੀ ਦਾ ਪ੍ਰਕਾਸ਼ ਸੰਸਾਰ ਵਿੱਚ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਕੀ ਅੰਸ। ਇਹ ਸਾਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਸਨ। ਸਤ ਪੋਤਰੇ ਨਾਤੀ ਬੜ ਬੰਸ। ਸਤਿਗੁਰਾਂ ਦੇ ਪੁੱਤਰ ਫਿਰ ਪੋਤਰੇ, ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਆ ਜਾਂਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਪ੍ਰਿਥੀ ਚੰਦ ਵੀ ਮਹਾਰਾਜ ਜੀ ਦਾ ਦੋਹਤਾ ਸੀ, ਤੇ ਬਾਬਾ ਮਹਾਦੇਵ ਜੀ ਇਹ ਵੀ ਸਤਿਗੁਰਾਂ ਦੇ ਦੋਹਤੇ ਸਨ। ਤੋ ਇਹ ਸਾਰਾ ਪਰਿਵਾਰ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ, ਮੋਹਨ ਅਪਰ ਮੋਹਰੀ ਜੇਈ। ਇਹਨਾਂ ਦੇ ਵਿੱਚ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ ਤੀਜੇ ਪਾਤਸ਼ਾਹ ਦੇ ਪੁੱਤਰ ਹਨ। ਭਾ ਪਰਲੋਕ ਦੇਹ ਤਜ ਸੇਈ। ਸਿੱਖਾਂ ਨੇ ਆਖਿਆ ਮਹਾਰਾਜ ਜੀ ਉਹ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਨੇ। ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਦੋਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ। ਸੰਤ ਮਨੋਹਰ ਦਾਸ ਬਿਸਾਲਾ। ਔਰ ਗੋਇੰਦਵਾਲ ਸਾਹਿਬ ਵਿਖੇ ਇੱਕ ਸੰਤ ਜਨ ਰਹਿੰਦੇ ਸਨ, ਭਾਈ ਮਨੋਹਰ ਦਾਸ ਜੀ। ਸੋ ਵੀ ਪਹੁੰਚਤ ਭਾ ਹਰਿਸ਼ਾਲਾ। ਪਾਤਸ਼ਾਹ ਬਾਬਾ ਮਨੋਹਰ ਦਾਸ ਜੀ ਵੀ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਨੇ। ਮਨੋਹਰ ਦਾਸ ਇਹਨਾਂ ਦਾ ਜ਼ਿਕਰ ਭਾਈ ਕਾਹਨ ਸਿੰਘ ਨਾਭਾ ਨੇ ਕੀਤਾ ਹੈ। ਇੱਕ ਤਾਂ ਮਨੋਹਰ ਦਾਸ ਜਿਹੜੇ ਹੋਏ ਨੇ, ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਦਾ ਨਾਮ ਵੀ ਉਹਨਾਂ ਨੇ ਲਿਖਿਆ ਭਾਈ ਕਾਹਨ ਸਿੰਘ ਨਾਭਾ ਨੇ, ਤੇ ਪੜੋਤੇ ਦਾ ਨਾਮ ਵੀ ਇਹ ਮਹਾਰਾਜ ਦੇ ਪੜੋਤੇ ਸਨ ਭਾਈ ਮਨੋਹਰ ਦਾਸ ਜੀ। ਇੱਕ ਸੰਤ ਮਨੋਹਰ ਦਾਸ ਜੀ ਹੋਏ ਨੇ, ਉਹ ਸੇਵਾਦਾਰ ਸਨ ਮਹਾਰਾਜ। ਇਹ ਜਿਹੜੇ ਸੰਤ ਮਨੋਹਰ ਦਾਸ ਜਿਨ੍ਹਾਂ ਦਾ ਜ਼ਿਕਰ ਕੀਤਾ, ਇਹ ਸੇਵਾਦਾਰ ਸਨ ਮਹਾਰਾਜ ਗਰੀਬ ਨਿਵਾਜ ਜੀ ਦੇ। ਇਸ ਕਰਕੇ ਸਿੱਖਾਂ ਨੇ ਬੇਨਤੀ ਕੀਤੀ ਵੀ ਮਨੋਹਰ ਦਾਸ ਜੀ ਸੱਚਖੰਡ ਚਲੇ ਗਏ ਹਨ। ਸੁਣ ਕੇ ਸ੍ਰੀ ਗੁਰੂ ਹਰਗੋਬਿੰਦ। ਇਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹਰਪੁਰ ਜਾਏ ਬਸੇ ਇਹ ਬ੍ਰਿੰਦ। ਸਤਿਗੁਰੂ ਕਹਿੰਦੇ ਜਿਹੜੇ ਸੰਤ ਮਨੋਹਰ ਦਾਸ ਨੇ ਉਹ ਹਰੀ ਦੀ ਪੁਰੀ ਵਿੱਚ ਜਾ ਵਸੇ ਨੇ, ਅਕਾਲ ਪੁਰਖ ਦੇ ਘਰ ਦੇ ਵਿੱਚ ਜਾ ਵਸੇ ਹਨ। ਅਪਰ ਨਰਨ ਸਮ ਸ਼ੋਕ ਕਰਿਓ ਹੈ। ਜਿਵੇਂ ਕਹਿੰਦੇ ਆਮ ਕੋਈ ਮਨੁੱਖ ਕਿਸੇ ਦੇ ਚਲਾਣੇ ਤੇ ਸੋਗ ਕਰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਆਮ ਮਨੁੱਖਾਂ ਵਾਂਗੂ ਸੋਗ ਕਰਨ ਲੱਗੇ ਹਨ। ਰੁਚਿਰ ਬਿਲੋਚਨ ਨੀਰ ਭਰਿਓ ਹੈ। ਸਤਿਗੁਰਾਂ ਦੇ ਪਾਵਨ ਨੇਤਰਾਂ ਦੇ ਵਿੱਚ ਨੀਰ ਜਲ ਭਰ ਗਿਆ ਹੈ। ਪੋਸ਼ਤ ਹੈ ਰੁਮਾਲ ਕੇ ਸਾਥ। ਆਪਣਾ ਰੁਮਾਲ ਲੈ ਕੇ ਮਹਾਰਾਜ ਜੀ ਆਪਣੇ ਨੇਤਰ ਸਾਫ਼ ਕਰਦੇ ਹਨ। ਵਹਿਰ ਦਵਾਰ ਤੇ ਨਿਕਸੇ ਸਾਥ। ਤੇ ਨਾਲ ਹੀ ਆਪਣੇ ਮਹਿਲਾਂ ਦੇ ਵਿੱਚੋਂ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ ਹਨ। ਬੈਠੇ ਅਪਰ ਨਰਨ ਸਭ ਸੋਏ। ਜਿਵੇਂ ਆਮ ਮਨੁੱਖ ਬਹਿੰਦੇ ਹਨ, ਇਸੇ ਤਰ੍ਹਾਂ ਆਮ ਮਨੁੱਖਾਂ ਵਾਲੀ ਲੀਲਾ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੋ ਗਏ ਹਨ। ਸੁਨ ਸੁਨ ਆਏ ਗਏ ਸਭ ਕੋਏ। ਇਸ ਤਰ੍ਹਾਂ ਅਨੇਕਾਂ ਹੀ ਗੁਰਸਿੱਖ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਹਰ ਬੈਠਣ ਦੀ ਖਬਰ ਸੁਣ ਕੇ ਉਹ ਵੀ ਦੀਵਾਨ ਦੇ ਵਿੱਚ ਆ ਕੇ ਬਹਿ ਗਏ ਹਨ। ਫਿਰ ਸਭ ਮਹਿ ਤਬ ਗੁਰੂ ਅਗਾਧ। ਇਹਨਾਂ ਸਾਰਿਆਂ ਦੇ ਵਿੱਚ ਬਿਰਾਜਮਾਨ ਹੋ ਕੇ ਅਗਾਧ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਘਰੇ ਮੌਨਤਾ ਲੱਗੀ ਸਮਾਦ। ਸਤਿਗੁਰਾਂ ਨੇ ਮੌਨ ਧਾਰਨ ਕਰ ਲਿਆ, ਰਸਨਾ ਵਿੱਚੋਂ ਕੋਈ ਬਚਨ ਨਹੀਂ ਕੀਤਾ, ਤੇ ਸਮਾਧੀ ਮਹਾਰਾਜ ਜੀ ਦੀ ਲੱਗ ਗਈ ਹੈ। ਦੋਏ ਘਟਕ ਆਸਨਾ ਥਿਰ ਰਹੇ। ਕਰੀਬਨ 2 ਘੜੀਆਂ ਮਹਾਰਾਜ ਜੀ ਆਪਣੇ ਆਸਣ ਤੇ ਬੈਠੇ ਰਹੇ ਹਨ। ਲੋਚਨ ਮੁੰਦਨਾ ਤਨ ਸਦ ਅਹੇ। ਦੋਨੇ ਨੇਤਰ ਬੰਦ ਨੇ, ਨਿਰਵਿਕਲਪ ਸਮਾਧੀ ਦੇ ਵਿੱਚ ਮਹਾਰਾਜ ਜੀ ਜਾ ਅਭੇਦ ਹੋਏ, ਤੇ ਆਪਣੇ ਸਰੀਰ ਦੀ ਕੋਈ ਖਬਰਸਾਰ ਵੀ ਨਹੀਂ, ਸਰੀਰ ਦੀ ਕੋਈ ਸੋਝੀ ਵੀ ਨਹੀਂ ਹੈ। ਰਹੇ ਅਡੋਲ ਅੰਗ ਤਿਸ ਕਾਲ। ਲਗਾਤਾਰ 2 ਘੜੀਆਂ ਮਹਾਰਾਜ ਜੀ ਦੇ ਸਰੀਰ ਦੇ ਅੰਗ ਵੀ ਬਿਲਕੁਲ ਅਡੋਲ ਸਥਿਰ ਰਹੇ ਹਨ। ਉਨ ਖੋਲੇ ਦ੍ਰਿਗ ਰੁਚਿਰ ਵਿਸਾਲ। 2 ਘੜੀਆਂ ਬਾਅਦ ਪਾਤਸ਼ਾਹ ਨੇ ਆਪਣੇ ਪਾਵਨ ਪਵਿੱਤਰ ਨੇਤਰ ਖੋਲੇ ਹਨ। ਵਾਹੋ ਵਾਹੋ ਮੁਕਤੇ ਤਬ ਕਹਿਓ। ਸਤਿਗੁਰਾਂ ਨੇ ਆਪਣੀ ਰਸਨਾ ਨਾਲ ਵਾਹੋ ਵਾਹੋ ਸ਼ਬਦ ਆਖਿਆ ਹੈ। ਦਾਸ ਮਨੋਹਰ ਬੜ ਪਦ ਲਹਿਓ। ਸਤਿਗੁਰੂ ਕਹਿੰਦੇ ਜਿਹੜੇ ਸੰਤ ਮਨੋਹਰ ਦਾਸ ਨੇ
ਇਹਨਾਂ ਨੇ ਬੜੀ ਭਾਰੀ ਵੱਡੀ ਪਦਵੀ ਦੀ ਪ੍ਰਾਪਤੀ ਕੀਤੀ ਹੈ। ਭੋਜਨ ਕੋ ਸਭ ਹੂਨ ਸੁਨਾਇਓ। ਔਰ ਇਹ ਜਿਹੜੀ ਗੱਲ ਪੁੱਛਣ ਵਾਸਤੇ ਮਹਾਰਾਜ ਨੇ ਉੱਚੀ ਜੀ ਕਹਿ ਕੇ ਸਾਰਿਆਂ ਨੂੰ ਇਹ ਬਚਨ ਸੁਣਾਇਆ ਹੈ। ਕੌਣ ਕਰਮ ਤਪ ਫਲ ਤਿਨ ਪਾਇਓ। ਸਤਿਗੁਰੂ ਜੀ ਕਹਿੰਦੇ ਸੰਤ ਮਨੋਹਰ ਦਾਸ ਨੇ ਕਿਹੜਾ ਤਪ ਕੀਤਾ, ਕਿਹੜਾ ਇਹੋ ਜਿਹਾ ਕਰਮ ਕੀਤਾ ਜਿਸ ਕਰਕੇ ਇਤਨਾ ਭਾਰੀ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਕਸ਼ਮੀਰੀ ਇੱਕ ਸਿੱਖ ਵਿਸਾਲਾ। ਸਤਿਗੁਰਾਂ ਦੇ ਚਰਨਾਂ ਵਿੱਚ ਕਸ਼ਮੀਰ ਦਾ ਰਹਿਣ ਵਾਲਾ ਇੱਕ ਸਿੱਖ ਰਹਿੰਦਾ ਹੈ। ਗੁਰ ਡਿਗ ਰਹਿ ਸੋ ਨਾਮ ਕਮਾਲਾ। ਸਾਧ ਸੰਗਤ ਤੇ ਸਤਿਗੁਰਾਂ ਦੇ ਪਾਸ ਹੀ ਰਹਿੰਦਾ ਹੈ ਤੇ ਇਹਦਾ ਨਾਮ ਭਾਈ ਕਮਾਲਾ ਹੈ। ਤਿਨ ਕਰ ਜੋਰ ਕਹਿਓ ਸੁਨ ਸੁਆਮੀ। ਭਾਈ ਕਮਾਲੇ ਨੇ ਦੋਨੇ ਹੱਥ ਜੋੜ ਕੇ ਅਰਦਾਸ ਕੀਤੀ, ਗਰੀਬ ਨਵਾਜ ਮੇਰੀ ਅਰਦਾਸ ਬੇਨਤੀ ਆਪ ਸੁਣਨਾ ਕਰੋ। ਸਭ ਕਿਛ ਜਾਣੋ ਅੰਤਰਜਾਮੀ। ਅੰਤਰਜਾਮੀ ਪਾਤਸ਼ਾਹ ਤੁਸੀਂ ਸਾਰਾ ਕੁਝ ਜਾਣਦੇ ਹੋ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਵੀ ਭਾਈ ਮਨੋਹਰ ਦਾਸ ਨੇ ਕਿਹੜਾ ਇਹੋ ਜਿਹਾ ਕਰਮ ਕੀਤਾ, ਕਿਹੜੀ ਇਹੋ ਜਿਹੀ ਸੇਵਾ ਕੀਤੀ ਜਿਸ ਕਰਕੇ ਏਡਾ ਭਾਰੀ ਫਲ ਉਹਨੂੰ ਪ੍ਰਾਪਤ ਹੋਇਆ ਹੈ, ਇਸ ਗੱਲ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਤਉ ਦਾਸ ਕੇ ਗੁਣ ਬਿਜਤਾਵਨ। ਫਿਰ ਵੀ ਆਪਣੇ ਸੇਵਕ ਦੇ ਗੁਣਾਂ ਨੂੰ ਸੰਸਾਰ ਵਿੱਚ ਪ੍ਰਗਟ ਕਰਨ ਵਾਸਤੇ, ਆਪਣੇ ਪਿਆਰਿਆਂ ਨੂੰ ਮਾਣ ਵਡਿਆਈ ਦੇਣ ਵਾਸਤੇ ਬੂਝਤ ਹਾਂ ਮੈਂ ਕਰੋ ਸੁਨਾਵਨ। ਆਪ ਜੀ ਸਿੱਖਾਂ ਨੂੰ ਪੁੱਛ ਰਹੇ ਹੋ ਵੀ ਭਾਈ ਮਨੋਹਰ ਦਾਸ ਨੇ ਕਿਹੜਾ ਇਹੋ ਜਿਹਾ ਕਰਮ ਕੀਤਾ ਜਿਹਦਾ ਉਹਨੂੰ ਇੰਨਾ ਫਲ ਮਿਲਿਆ। ਜਾਣਦੇ ਤਾਂ ਹੋ ਪਰ ਤੁਸੀਂ ਵਡਿਆਈ ਜ਼ਾਹਰ ਕਰਨਾ ਚਾਹੁੰਦੇ ਹੋ ਤੇ ਆਪ ਜੀ ਦੇ ਪੁੱਛਣ ਤੇ ਮਹਾਰਾਜ ਮੈਂ ਦੱਸਦਾ ਹਾਂ। ਸ੍ਰੀ ਗੁਰੂ ਅਰਜਨ ਕੋਲੇ ਗੋਦ। ਸੰਤ ਮਨੋਹਰ ਦਾਸ ਉਹ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਗੋਦ ਵਿੱਚ ਲੈ ਕਰਕੇ ਰਹਿਓ ਖਿਲਾਵਤ ਪਾਏ ਪ੍ਰਮੋਦ। ਬਹੁਤ ਲੰਬਾ ਸਮਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਖੜਾਇਆ। ਸੰਤ ਮਨੋਹਰ ਦਾਸ ਪੰਜਵੇਂ ਪਾਤਸ਼ਾਹ ਦੇ ਖੜਾਵੇ ਸਨ। ਛੋਟੇ ਹੁੰਦਿਆਂ ਗੋਦ ਵਿੱਚ ਲੈ ਕੇ ਮਹਾਰਾਜ ਨੂੰ ਖੜਾਉਂਦੇ ਹੁੰਦੇ ਸਨ। ਇੱਕ ਤਾਂ ਇਹੋ ਸ਼ੁਭ ਕਰਮ ਮਹਾਨਾ। ਭਾਈ ਕਮਾਲਾ ਕਹਿੰਦੇ ਇੱਕ ਤਾਂ ਇਹ ਸ਼ੁਭ ਕਰਮ ਹੈ ਜਿਹੜਾ ਸੰਤ ਮਨੋਹਰ ਦਾਸ ਨੇ ਕੀਤਾ ਹੈ। ਅਪਰ ਸੰਹ ਜੋ ਤਿਸ ਕਰ ਜਾਨ ਥਾਨਾ। ਪਾਤਸ਼ਾਹ ਉਹਨਾਂ ਨੇ ਹੋਰ ਜਿਹੜੇ ਕਰਮ ਕੀਤੇ ਨੇ ਫਿਰ ਉਸ ਬਾਰੇ ਵੀ ਆਪ ਜੀ ਸੁਣਨਾ ਕਰੋ। ਗੁਰੂ ਅਮਰ ਜੀ ਸਵਨ ਕਰੇ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਦੀ ਵੀ ਬੜੀ ਭਾਰੀ ਸੇਵਾ ਉਹਨਾਂ ਨੇ ਕੀਤੀ ਹੈ। ਜਦੋਂ ਵੀ ਸਤਿਗੁਰ ਜੀ ਦੀਵਾਨ ਲਾਉਂਦੇ ਤੇ ਸੰਤ ਮਨੋਹਰ ਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬਹਿ ਕੇ ਸਤਿਗੁਰਾਂ ਦੇ ਬਚਨ ਸਰਵਣ ਕਰਿਆ ਕਰਦੇ ਸਨ। ਪੂਰਨਮਾਸ਼ੀ ਮੇਲਾ ਭਰੇ। ਤੇ ਜਦੋਂ ਪੂਰਨਮਾਸ਼ੀ ਦਾ ਮੇਲਾ ਭਰਦਾ ਸੀ ਤਹ ਪ੍ਰੀਤ ਧਾਰ ਕਰਹਿ ਆਹਾਰ। ਹਿਰਦੇ ਵਿੱਚ ਪ੍ਰੀਤ ਧਾਰਨ ਕਰਕੇ ਮਹਾਰਾਜ ਲਈ ਲੰਗਰ ਤਿਆਰ ਕਰਦਾ ਸੀ। ਇਹ ਮਰਿਆਦਾ ਹੁਣ ਤਾਂ ਲੋਪ ਹੋ ਗਈ ਹੈ ਗੁਰਮੁਖੋ। ਅੱਜ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਦੇ ਭੋਗ ਦੇ ਉੱਤੇ ਵੀ ਸਾਡੇ ਕੁਝ ਲੋਕਾਂ ਨੇ ਸਵਾਲਿਆ ਚਿੰਨ੍ਹ ਲਾ ਦਿੱਤੇ। ਪੁਰਾਣੇ ਸਮੇਂ ਵਿੱਚ ਜਦੋਂ ਵੀ ਕਿਸੇ ਸਿੱਖ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜਾਂਦਾ ਸੀ, ਤਿੰਨੇ ਵਕਤ ਲੰਗਰ ਤਿਆਰ ਕਰਕੇ ਮਹਾਰਾਜ ਨੂੰ ਭੋਗ ਲਾਉਂਦੇ ਸਨ ਤੇ ਅਰਦਾਸ ਕਰਦੇ ਸਨ। ਇਹ ਜਿਹੜੀ ਮਰਿਆਦਾ ਹੁਣ ਅਲੋਪ ਕਰ ਦਿੱਤੀ ਹੈ ਅਸੀਂ। ਅੱਜ ਕੱਲ੍ਹ ਸਿੱਖ ਝੱਟ ਕਹਿ ਦਿੰਦੇ ਜੀ ਪਖੰਡਵਾਦ ਹੈ। ਅਸੀਂ ਤਾਂ ਹਰ ਚੀਜ਼ ਨੂੰ ਪਖੰਡ ਸਮਝ ਲਿਆ, ਪਰ ਸਿੱਖਾਂ ਦੀ ਇਹ ਭਾਵਨਾ ਹੁੰਦੀ ਸੀ ਜਦੋਂ ਵੀ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਗ੍ਰਹਿ ਵਿਖੇ ਜਾਣਾ ਤੇ ਲੰਗਰ ਤਿਆਰ ਕਰਕੇ ਮਹਾਰਾਜ ਨੂੰ ਭੋਗ ਲਾਉਣਾ ਤਿੰਨੋਂ ਵਕਤ। ਇੱਦਾਂ ਦੀ ਸੇਵਾ ਕਰਦੇ ਸਨ ਤੇ ਉਹ ਭਾਵਨਾ ਰੱਖਦੇ ਸਨ ਕਿ ਗੁਰੂ ਸਾਹਿਬ ਨੇ ਲੰਗਰ ਛਕਣਾ ਸੀ, ਮਹਾਰਾਜ ਨੂੰ ਲੰਗਰ ਛਕਾਉਣਾ, ਭੋਗ ਮਹਾਰਾਜ ਨੂੰ ਲਾਉਣਾ ਤੇ ਫਿਰ ਉਹੀ ਪ੍ਰਸ਼ਾਦ ਸੰਗਤ ਵਿੱਚ ਵਰਤਾਉਣਾ। ਆਪਾਂ ਤਾਂ ਹੁਣ ਕਦੇ ਕਦਾਈ ਲੰਗਰ ਤਿਆਰ ਕਰਨੇ ਆ, ਕੋਈ ਸਮਾਗਮ ਹੋਵੇ ਤੇ ਭੋਗ ਲਵਾ ਦਿੱਤਾ ਮਹਾਰਾਜ ਨੂੰ, ਤਾਂ ਇਹਦਾ ਮਤਲਬ ਵੀ ਅੱਗੇ ਪਿੱਛੇ ਨਹੀਂ ਸੇਵਾ ਕਰਨੀ। ਤੋ ਇਸ ਵਾਸਤੇ ਕਈ ਕਹਿੰਦੇ ਜੀ ਇਹ ਗੁਰੂ ਸਾਹਿਬ ਨੇ ਥੋੜ੍ਹਾ ਛਕਣਾ ਹੁੰਦਾ ਹੈ, ਮਹਾਰਾਜ ਦਾ ਲੰਗਰ ਹੈ, ਮਹਾਰਾਜ ਹੀ ਛਕਣਗੇ। ਸੰਗਤੀ ਰੂਪ ਦੇ ਵਿੱਚ ਸਤਿਗੁਰੂ ਆਪ ਵਰਤ ਕੇ ਉਹ ਸਾਰਾ ਭੋਜਨ ਪ੍ਰਾਪਤ ਕਰਦੇ ਹਨ। ਇਸ ਵਾਸਤੇ ਇਹ ਸੇਵਾ ਹਰ ਇੱਕ ਗੁਰਸਿੱਖ ਨੂੰ ਨਿਭਾਉਣੀ ਚਾਹੀਦੀ। ਔਰ ਜਿਹੜੇ ਗੁਰੂ ਕੀ ਦੇਗ ਤਿਆਰ ਕਰਦੇ ਨੇ ਉਹਨਾਂ ਨੂੰ ਬਾਣੀ ਪੜ੍ਹ ਕੇ ਪ੍ਰੇਮ ਨਾਲ ਦੇਗ ਤਿਆਰ ਕਰਨੀ ਚਾਹੀਦੀ, ਇਸ ਭਾਵਨਾ ਨਾਲ ਕਿ ਇਹ ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਸਾਹਿਬ ਨੇ ਛਕਣੀ ਹੈ ਤੇ ਫਿਰ ਸੰਗਤ ਨੇ ਛਕਣੀ ਹੈ। ਔਰ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਦਾ ਬੜਾ ਭਾਰੀ ਫਲ, ਬੜਾ ਭਾਰੀ ਮਹਾਤਮ ਹੈ। ਇਹ ਕੋਈ ਛੋਟੀ ਸੇਵਾ ਨਹੀਂ ਵੀ ਅਸੀਂ ਦੇਗ ਬਣਾਉਣੀ ਹੈ। ਇਸ ਵਾਸਤੇ ਜਿਹੜੇ ਸੰਤ ਮਨੋਹਰ ਦਾਸ ਸਨ
ਇਹਨਾਂ ਦਾ ਇੱਕ ਕਰਮ ਸੀ ਕਿ ਉਹਨਾਂ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਦਾ ਆਹਾਰ ਤਿਆਰ ਕਰਨਾ ਹੈ। ਅਨੇਕ ਪ੍ਰਕਾਰਨ ਕੇ ਕਾਰ ਤਿਆਰਾ, ਇਸ ਪ੍ਰਕਾਰ ਅਨੇਕਾਂ ਪ੍ਰਕਾਰਾਂ ਦੇ ਭੋਜਨ ਉਹਨਾਂ ਨੇ ਤਿਆਰ ਕਰਨੇ। ਸ੍ਰੀ ਗੁਰ ਅਮਰ ਕੇਰ ਸੰਤਾਨ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਔਰ ਉਹਨਾਂ ਦੀ ਸੰਤਾਨ ਨੂੰ ਲੰਗਰ ਛਕਾਉਂਦੇ ਹਨ। ਇਨਹਿ ਅਚਾਵਹਿ ਕਰ ਕਰ ਮਾਨ, ਬੜਾ ਮਾਣ ਆਦਰ ਸਤਿਕਾਰ ਕਰਕੇ ਪਿਆਰ ਦੇ ਨਾਲ ਲੰਗਰ ਛਕਾਉਂਦੇ ਹਨ। ਮਨ ਭਾਵਤ ਦੇ ਮੋਦ ਪ੍ਰਬੀਨ, ਤੇ ਮਨ ਭਾਉਂਦੀ ਪ੍ਰਸੰਨਤਾ ਹਰ ਕਿਸੇ ਨੂੰ ਬਖਸ਼ਦੇ ਨੇ। ਇੱਕ ਵਾਰੀ ਭਾਈ ਕਨ੍ਹਈਆ ਜੀ ਨੂੰ ਕੋਈ ਸੰਤ ਮਿਲਿਆ, ਆਖਣ ਲੱਗੇ ਭਾਈ ਕਨ੍ਹਈਆ ਜੀ ਅਜੇ ਗੁਰੂ ਸਾਹਿਬ ਦੀ ਸ਼ਰਨ ਨਹੀਂ ਸਨ ਆਏ। ਭਾਈ ਕਨ੍ਹਈਆ ਜੀ ਕੁਝ ਪ੍ਰਾਪਤ ਕੀਤਾ ਹੈ? ਕਹਿੰਦੇ ਵੀ ਮੈਂ ਯਤਨ ਕਰ ਰਿਹਾ ਵੀ ਮੈਨੂੰ ਪ੍ਰਸੰਨਤਾ ਮਿਲ ਜਾਏ। ਕਹਿੰਦੇ ਨਹੀਂ, ਪ੍ਰਸੰਨਤਾ ਪ੍ਰਾਪਤ ਕਰਨ ਵਿੱਚ ਨਹੀਂ, ਪ੍ਰਸੰਨਤਾ ਦੇਣ ਵਿੱਚ ਹੁੰਦੀ ਹੈ। ਦੂਜੇ ਨੂੰ ਪ੍ਰਸੰਨ ਕਰਕੇ ਫਿਰ ਪ੍ਰਸੰਨਤਾ ਮਿਲਦੀ ਹੈ। ਤੇ ਜੇ ਕੁਝ ਪ੍ਰਾਪਤ ਕਰਨਾ ਜਾਓ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ। ਅਰਥਾਤ ਜਿਹੜੀ ਪ੍ਰਸੰਨਤਾ ਹੈ, ਪ੍ਰਸੰਨਤਾ ਦੇਣ ਵਿੱਚ ਹੈ, ਫਿਰ ਪ੍ਰਸੰਨਤਾ ਪ੍ਰਾਪਤ ਹੁੰਦੀ। ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤੇ ਪਹਿਲਾਂ ਆਪਣੀ ਪ੍ਰਸੰਨਤਾ ਭੇਟ ਵੀ ਕਰਨੀ ਪੈਂਦੀ ਹੈ। ਤੇ ਸੰਤ ਮਨੋਹਰ ਦਾਸ ਜਿਹੜੇ ਸਨ, ਇਸ ਤਰ੍ਹਾਂ ਉਹਨਾਂ ਨੇ ਮਨ ਭਾਉਂਦੀ ਜਿਹੜੀ ਪ੍ਰਸੰਨਤਾ ਹੈ ਉਹ ਗੁਰੂ ਸਾਹਿਬ ਜੀ ਨੂੰ ਭੇਟ ਕੀਤੀ ਹੈ। ਸਦਾ ਹੀ ਪ੍ਰਸੰਨ ਰਹਿੰਦੇ, ਗੁਰੂ ਸਾਹਿਬ ਦੀ ਸੇਵਾ ਕਰਦੇ ਹਨ। ਪੁਨ ਪਹਿਰਾਵਹਿ ਵਸਤਰ ਨਵੀਨ, ਫਿਰ ਮਹਾਰਾਜ ਤੇ ਸਤਿਗੁਰਾਂ ਦੇ ਪਰਿਵਾਰ ਵਾਸਤੇ ਨਵੇਂ ਵਸਤਰ ਲਿਆ ਕੇ ਉਹਨਾਂ ਨੂੰ ਪਹਿਨਾਉਂਦੇ ਹਨ। ਤਿਨ ਕੋ ਸੇਵਹਿ ਅਨ ਪ੍ਰਕਾਰੇ, ਬੜੇ ਪਿਆਰ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਤਾਨ ਦੀ ਸੇਵਾ ਕਰਦੇ ਹਨ। ਕਰਹਿ ਕੀਰਤਨ ਜੈ ਚੁਬਾਰੇ, ਉਸ ਤੋਂ ਬਾਅਦ ਜਿਹੜਾ ਪਾਵਨ ਸਥਾਨ ਚੁਬਾਰਾ ਸਾਹਿਬ, ਉੱਥੇ ਬਹਿ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਹਨ। ਕਵਹਿ ਬਾਵਲੀ ਬੈਠੈ ਆਏ, ਤੇ ਕਦੇ ਕਦਾਏ ਆ ਕੇ ਸ੍ਰੀ ਬਾਉਲੀ ਸਾਹਿਬ ਦੇ ਕੋਲ ਬਹਿ ਜਾਂਦੇ ਹਨ। ਆਸਾ ਵਾਰ ਸ਼ਬਦ ਜਦ ਗਾਏ, ਸਤਿਗੁਰਾਂ ਦੀ ਪਾਵਨ ਅੰਮ੍ਰਿਤ ਗੁਰਬਾਣੀ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸ਼ਬਦਾਂ ਦੇ ਸਹਿਤ ਗਾਇਨ ਕਰਦੇ ਨੇ। ਯਾਨੀ ਕਿ ਨਾਲੇ ਤਾਂ ਸ਼ਲੋਕ ਪੜ੍ਹਦੇ ਨੇ ਤੇ ਨਾਲ ਨਾਲ ਫਿਰ ਇੱਕ ਇੱਕ ਸ਼ਬਦ ਵੀ ਗਾਇਨ ਕਰਦੇ ਹਨ। ਗੁਰੂ ਅਮਰ ਸੰਤਤ ਕੇ ਪਾਸ, ਇਸ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਤਾਨ ਦੇ ਕੋਲ ਰਹਿ ਕਰਕੇ ਕਰ ਗੁਰ ਭਗਤ ਮਨੋਹਰ ਦਾਸ, ਭਾਈ ਮਨੋਹਰ ਦਾਸ ਨੇ ਸਤਿਗੁਰਾਂ ਦੀ ਭਾਰੀ ਭਗਤੀ ਕੀਤੀ ਹੈ। ਇਨ ਸ਼ੁਭ ਕਰਮਨ ਕੋ ਫਲ ਹੋਵਾ, ਭਾਈ ਕਮਾਲਾ ਕਹਿੰਦਾ ਪਾਤਸ਼ਾਹ ਭਾਈ ਮਨੋਹਰ ਦਾਸ ਨੂੰ ਇਹਨਾਂ ਸ਼ੁਭ ਕਰਮਾਂ ਦਾ ਭਾਰੀ ਫਲ ਪ੍ਰਾਪਤ ਹੋਇਆ ਹੈ। ਲਹਿਓ ਮਹਾਪਦ ਜੋ ਤੁਮ ਜਿਉਵਾ, ਉਹਨਾਂ ਨੇ ਇਹ ਮਹਾਂ ਪਦਵੀ ਦੀ ਪ੍ਰਾਪਤੀ ਕੀਤੀ ਹੈ ਜਿਹੜਾ ਪਦ ਆਪ ਜੀ ਨੇ ਧਿਆਨ ਧਾਰ ਕੇ ਵੇਖਿਆ ਹੈ। ਕਹੇ ਆਪ ਕੇ ਹਮਨੇ ਜਾਣਿਓ, ਭਾਈ ਕਮਾਲਾ ਕਹਿੰਦਾ ਆਪ ਜੀ ਦੇ ਕਹਿਆ ਮਹਾਰਾਜ ਅਸਾਂ ਨੇ ਜਾਣਿਆ, ਸਾਨੂੰ ਕਿਹੜਾ ਪਹਿਲਾਂ ਪਤਾ ਸੀ, ਇਹ ਤਾਂ ਤੁਸੀਂ ਕਿਰਪਾ ਕਰਕੇ ਦੱਸਿਆ ਸਾਨੂੰ ਵੀ ਕਿਹੜੀ ਇਹੋ ਜੀ ਸੇਵਾ ਕੀਤੀ ਹੈ ਭਾਈ ਮਨੋਹਰ ਦਾਸ ਨੇ ਵੀ ਜਿਹਦੇ ਨਾਲ ਉਹਨਾਂ ਨੂੰ ਉੱਚਾ ਪਦ ਪ੍ਰਾਪਤ ਹੋਇਆ ਹੈ। ਇਸ ਪ੍ਰਕਾਰ ਤਬ ਤਿਸਨੇ ਠਾਨਿਓ, ਇਸ ਪ੍ਰਕਾਰ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੀ ਸੇਵਾ ਰੂਪੀ ਤਪ ਕੀਤਾ ਹੈ। ਇਮ ਸੁਨ ਕੈ ਸ੍ਰੀ ਹਰਗੋਬਿੰਦ, ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਸੁਣੇ ਹਨ। ਬੋਲੇ ਬਾਕ ਸੁਨਾਵਤ ਬ੍ਰਿੰਦ, ਸਾਰੀਆਂ ਸੰਗਤਾਂ ਨੂੰ ਇਹ ਬਚਨ ਸੁਣਾਉਂਦਿਆਂ ਪਾਤਸ਼ਾਹ ਬੋਲੇ ਹਨ। ਸ੍ਰੀ ਗੁਰ ਅਮਰਦਾਸ ਸੰਤਾਨ, ਸਾਹਿਬ ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸੰਤਾਨ ਹੈ, ਹਮ ਨਹਿ ਸੇਵੇ ਕਵਨ ਜਪਾਨ, ਅਸੀਂ ਕਦੇ ਵੀ ਆਪਣੇ ਹੱਥਾਂ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਤਾਨ ਦੀ ਸੇਵਾ ਨਹੀਂ ਕੀਤੀ। ਕਰ ਸੋ ਟਹਿਲ ਨ ਹਮ ਤੇ ਹੋਈ, ਕਿਉਂਕਿ ਸਾਨੂੰ ਕਦੇ ਮੌਕਾ ਹੀ ਨਹੀਂ ਮਿਲਿਆ, ਨਾ ਹੀ ਸਾਡੇ ਹੱਥਾਂ ਨਾਲ ਗੁਰੂ ਅਮਰਦਾਸ ਸਾਹਿਬ ਦੇ ਸੰਤਾਨ ਦੀ ਸੇਵਾ ਹੋਈ ਹੈ। ਦੇਤ ਮਹਾ ਪਦਵੀ ਕੋ ਜੋਈ, ਇਹ ਜਿਹੜੀ ਪਦਵੀ ਹੈ ਨਾ, ਮਹਾਂ ਪਦਵੀ ਜਿਹੜੀ ਸੰਤ ਮਨੋਹਰ ਦਾਸ ਨੂੰ ਪ੍ਰਾਪਤ ਹੋਈ ਹੈ, ਇਹ ਪਦਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਤਾਨ ਦੀ ਸੇਵਾ ਕਰਕੇ ਪ੍ਰਾਪਤ ਹੁੰਦੀ ਹੈ। ਜਬ ਤੇ ਤੁਰਕਨ ਕੀਨ ਬਖੇਰਾ, ਜਦੋਂ ਤੋਂ ਇਹਨਾਂ ਤੁਰਕਾਂ ਨੇ ਸਾਡੇ ਨਾਲ ਬਖੇੜਾ ਕੀਤਾ ਹੈ, ਤਬ ਤੇ ਗੋਇੰਦਵਾਲ ਨਹੀਂ ਹੇਰਾ, ਉਸ ਸਮੇਂ ਤੋਂ ਅਸੀਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਦੀਦਾਰ ਵੀ ਨਹੀਂ ਕੀਤੇ ਹਨ। ਸ੍ਰੀ ਗੁਰ ਅਮਰਦਾਸ ਸੰਤਾਨ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸੰਤਾਨ ਹੈ,
ਕਿਮ ਹਮ ਸੇਵਾ ਕਰਹਿ ਮਹਾਨ। ਕਿਵੇਂ ਅਸੀਂ ਉਸ ਮਹਾਨ ਸੰਤਾਨ ਦੀ ਸੇਵਾ ਕਰ ਸਕੀਏ। ਤਿਸ ਪੁਰ ਹਮ ਤੇ ਜਾਏ ਨ ਜਾਈ। ਤੇ ਗੋਇੰਦਵਾਲ ਸਾਹਿਬ ਸਾਡੇ ਕੋਲੋਂ ਜਾਇਆ ਨਹੀਂ ਜਾ ਸਕਦਾ। ਚਿਰੰਕਾਲ ਭਾ ਖਬਰ ਨ ਪਾਈ। ਔਰ ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਗੋਇੰਦਵਾਲ ਸਾਹਿਬ ਦੀ ਕੋਈ ਖਬਰ ਵੀ ਪ੍ਰਾਪਤ ਨਹੀਂ ਹੋਈ। ਹਮ ਕੋ ਰਹੇ ਨ ਜੋ ਬਿਗਨ ਵਿਸਾਲਾ। ਅਸਲ ਵਿੱਚ ਸਾਨੂੰ ਨਾ ਬਹੁਤ ਭਾਰੀ ਵਿਘਨ ਰਹੇ ਨੇ। ਅਸੀਂ ਜੰਗ ਯੁੱਧ ਕਰਦੇ ਰਹੇ ਆ, ਇਸ ਕਰਕੇ ਸਾਨੂੰ ਕੋਈ ਬਹੁਤੀ ਖਬਰ ਉੱਥੋਂ ਦੀ ਨਹੀਂ ਮਿਲੀ। ਤੁਰਕਨ ਸੰਗ ਜੰਗ ਸਭ ਕਾਲਾ। ਹਰ ਵਕਤ ਤੁਰਕਾਂ ਦੇ ਨਾਲ ਹੀ ਜੰਗ ਰਹਿੰਦਾ ਸੀ। ਇਹ ਨਹੀਂ ਸੀ ਪਤਾ ਵੀ ਕਦੋਂ ਵੈਰੀਆਂ ਨੇ ਚੜ੍ਹ ਕੇ ਆ ਜਾਣਾ। ਇਸ ਕਰਕੇ ਉਹਨਾਂ ਦੇ ਟਾਕਰੇ ਲਈ ਹਰ ਵਕਤ ਸਾਨੂੰ ਤਿਆਰ ਬਰ ਤਿਆਰ ਰਹਿਣਾ ਪੈਂਦਾ ਸੀ। ਭਾਈ ਗੜੀਆ ਸੰਤ ਪਰਬੀਨ। ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲੇ ਇੱਕ ਸਿੱਖ ਨੇ ਜੀ, ਭਾਈ ਗੜੀਆ। ਇਹ ਵੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ। ਪਿੱਛੇ ਜਿਨ੍ਹਾਂ ਦੀ ਕਥਾ ਵੀ ਸੁਣੀ ਸੀ, ਜਿਨ੍ਹਾਂ ਨੇ ਮੀਆਂ ਦੌਲਾ ਨੂੰ ਗੁਜਰਾਤ ਜਾਂਦਿਆਂ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ। ਇਹਨਾਂ ਦੀ ਦ੍ਰਿਸ਼ਟੀ ਦੇ ਨਾਲ ਧਰਤੀ ਕੰਚਨ ਦੀ ਬਣ ਗਈ ਸੀ, ਕਿਉਂਕਿ ਚਰਨਾਂ ਵਿੱਚ ਜੋੜਾ ਜਿਹੜਾ ਪਾਇਆ ਸੀ ਨਾ, ਕਸ਼ਮੀਰ ਨੂੰ ਜਾ ਰਹੇ ਸਨ ਪ੍ਰਚਾਰ ਵਾਸਤੇ। ਚਰਨਾਂ ਵਿੱਚ ਜੋੜਾ ਪਾਇਆ ਸੀ, ਟੁੱਟਾ ਸੀ। ਤੇ ਸਾਈਂ ਮੀਆਂ ਦੌਲਾ ਬੜੇ ਸ਼ਰਧਾਲੂ ਬਣ ਗਏ ਭਾਈ ਗੜੀਆ ਜੀ ਦੇ, ਤੇ ਵਿਦਾ ਕਰਨ ਵਾਸਤੇ ਜਾ ਰਹੇ ਸਨ। ਤੇ ਤੁਰੇ ਜਾਂਦੇ ਸਨ ਤੇ ਚਰਨਾਂ ਦੇ ਨਾਲ ਜੋੜਾ ਟੁੱਟਾ ਹੋਣ ਕਰਕੇ ਰੇਤ ਪਿੱਛੇ ਲੱਤਾਂ ਤੇ ਬਸਤਰਾਂ ਤੇ ਪੈ ਰਹੀ ਸੀ। ਤੇ ਮਨ ਵਿੱਚ ਸ਼ੰਕਾ ਜਿਹਾ ਪੈਦਾ ਹੋ ਗਿਆ ਸਾਈਂ ਮੀਆਂ ਦੌਲਾਂ ਦੇ, ਵੀ ਇਹਦੇ ਕੋਲ ਚੰਗਾ ਜੋੜਾ ਵੀ ਨਹੀਂ ਸਿੱਖ ਦੇ ਕੋਲ। ਤੇ ਉਸ ਵਕਤ ਨਿਗਾਹ ਜਦੋਂ ਮਾਰੀ ਨਾ ਭਾਈ ਗੜੀਆ ਜੀ ਨੇ, ਤੇ ਸਾਈਂ ਮੀਆਂ ਦੌਲਾ ਨੂੰ ਕਹਿਣ ਲੱਗੇ, ਸਾਈਂ ਜੀ ਆਹ ਵੇਖੋ ਸਾਹਮਣੇ ਸਾਰੀ ਧਰਤੀ ਕੰਚਨ ਦੀ ਹੈ। ਮੇਰੇ ਗੁਰੂ ਨੇ ਮੈਨੂੰ ਇੰਨੀ ਸਮਰੱਥਾ ਦਿੱਤੀ ਵੀ ਮੈਂ ਨਿਗਾਹ ਮਾਰ ਕੇ ਸਾਰੀ ਧਰਤੀ ਨੂੰ ਕੰਚਨ ਬਣਾ ਸਕਦਾ, ਪਰ ਮੈਨੂੰ ਇਦਾਂ ਹੀ ਰਹਿਣਾ ਭਾਵਦਾ, ਮੈਨੂੰ ਇਦਾਂ ਹੀ ਚੰਗਾ ਲੱਗਦਾ। ਮੈਨੂੰ ਨਹੀਂ ਕੋਈ ਪਦਾਰਥ ਕੋਈ ਦੌਲਤ ਚਾਹੀਦੀ, ਮੈਨੂੰ ਇਹਦੇ ਵਿੱਚ ਹੀ ਰੱਖ ਗਰੀਬੀ ਵੇਸ, ਇਹਦੇ ਵਿੱਚ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ। ਇੱਦਾਂ ਦੇ ਸਿੱਖ ਸਨ ਭਾਈ ਗੜੀਆ ਜੀ। ਭਾਈ ਗੜੀਆ ਸੰਤ ਪ੍ਰਵੀਨ, ਜਿਹੜੇ ਭਾਈ ਗੜੀਆ ਮਹਾਨ ਸੰਤ ਜਨ ਸਨ। ਇਸਕੀ ਦਿਸ਼ਾ ਬਿਲੋਕਨ ਕੀਨ। ਸਤਿਗੁਰਾਂ ਨੇ ਭਾਈ ਗੜੀਆ ਜੀ ਵੱਲ ਵੇਖਿਆ ਹੈ। ਕਹਿਓ ਤਾਹੇ ਸੋ ਤੁਮ ਅਬ ਜਾਵਹੁ। ਸਤਿਗੁਰਾਂ ਨੇ ਉਹਨਾਂ ਨੂੰ ਆਗਿਆ ਕੀਤੀ, ਭਾਈ ਗੜੀਆ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਵੋ। ਕਹੈ ਆਨੰਦ ਕੋ ਇਹ ਠਾਂ ਲਿਆਵਹੁ। ਤੇ ਸਾਡੇ ਵੱਲੋਂ ਬੇਨਤੀ ਕਰਕੇ ਬਾਬਾ ਆਨੰਦ ਜੀ ਨੂੰ ਇੱਥੇ ਲੈ ਕੇ ਆਵੋ। ਸੇਵਕਾ ਲੈ ਕਰ ਸੰਗ ਤੇ ਸਿਧਾਵਹੁ। ਆਪਣੇ ਨਾਲ ਇੱਕ ਪਾਲਕੀ ਲੈ ਕੇ ਜਾਇਓ। ਗੋਇੰਦਵਾਲ ਜਾਏ ਦਰਸਾਵਹੁ। ਗੋਇੰਦਵਾਲ ਸਾਹਿਬ ਜਾ ਕੇ ਬਾਬਾ ਆਨੰਦ ਜੀ ਦੇ ਦਰਸ਼ਨ ਕਰੋ ਤੇ ਉਹਨਾਂ ਨੂੰ ਇੱਥੇ ਲੈ ਕੇ ਆਓ, ਤਾਂ ਕਿ ਅਸੀਂ ਵੀ ਉਹਨਾਂ ਦੇ ਦਰਸ਼ਨ ਕਰ ਸਕੀਏ। ਇਮ ਆਨੰਦ ਕੇ ਸੰਗ ਵਖਾਨੋ। ਤੇ ਸਾਡੇ ਵੱਲੋਂ ਬਾਬਾ ਆਨੰਦ ਜੀ ਨੂੰ ਤੁਸੀਂ ਇਸ ਤਰ੍ਹਾਂ ਬੇਨਤੀ ਕਰਨੀ ਹੈ। ਕਰੋ ਕਿਰਪਾ ਵਿਗਨੈ ਗਨ ਹਾਨੋ। ਇਹ ਬੇਨਤੀ ਕਰਨੀ, ਬਾਬਾ ਜੀ ਸਾਡੇ ਤੇ ਕਿਰਪਾ ਕਰੋ, ਆ ਕੇ ਸਾਨੂੰ ਦਰਸ਼ਨ ਦਿਓ, ਸਾਡੇ ਸਾਰੇ ਵਿਘਨਾਂ ਦਾ ਨਾਸ਼ ਕਰ ਦਿਓ। ਦਰਸ਼ਨ ਦੀਜੈ ਬਿਰਥ ਸੰਭਾਰੋ। ਆਪ ਆਪਣੇ ਬਿਰਧ ਦੀ ਸੰਭਾਲਣਾ ਕਰਦਿਆਂ ਸਾਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰੋ। ਆਵੋ ਇਹ ਠਾਂ ਬਿਲਮ ਬਿਸਾਰਹੁ। ਤੇ ਬਿਨਾਂ ਕਿਸੇ ਦੇਰੀ ਤੋਂ ਕੀਰਤਪੁਰ ਸਾਹਿਬ ਆਵਣਾ ਕਰੋ। ਲਿਖੀ ਪ੍ਰਤਕਾ ਦੀਨ ਸਹਾਥ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਇੱਕ ਚਿੱਠੀ ਲਿਖ ਕਰਕੇ ਬਾਬਾ ਗੜੀਆ ਜੀ ਦੇ ਹੱਥ ਦੇ ਦਿੱਤੀ। ਗਮਨਿਓ ਲੀਨ ਪਾਲਕੀ ਸਾਥ। ਭਾਈ ਗੜੀਆ ਮਹਾਰਾਜ ਜੀ ਦੀ ਚਿੱਠੀ ਲੈ ਕੇ ਤੇ ਇੱਕ ਪਾਲਕੀ ਲੈ ਕੇ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਹਨ। ਸਨੈ ਸਨੈ ਪਰ ਗੋਇੰਦਵਾਲ। ਇਸੇ ਤਰ੍ਹਾਂ ਹੌਲੀ ਹੌਲੀ ਚੱਲਦੇ ਸ੍ਰੀ ਗੋਇੰਦਵਾਲ ਸਾਹਿਬ ਜਾ ਪੁੱਜੇ ਹਨ। ਮਿਲਿਓ ਆਏ ਗੜੀਆ ਤਿਸ ਕਾਲ। ਤੇ ਸਾਧ ਸੰਗਤ ਜੀ ਉਸ ਵਕਤ ਭਾਈ ਗੜੀਆ ਜੀ ਬਾਬਾ ਆਨੰਦ ਜੀ ਨੂੰ ਜਾ ਕਰਕੇ ਮਿਲੇ ਹਨ। ਪਰ ਅਰਬਿੰਦ ਆਨੰਦ ਕੇ ਬੰਦੇ। ਬੜੇ ਭਾਉ ਦੇ ਨਾਲ ਬਾਬਾ ਆਨੰਦ ਜੀ ਦੇ ਚਰਨਾਂ ਕਬਲਾਂ ਤੇ ਨਮਸਕਾਰ ਕੀਤੀ ਹੈ। ਦਈ ਪ੍ਰਤੀਕਾ ਪਠੇ ਬਿਲੰਦੇ। ਤੇ ਜਿਹੜੀ ਚਿੱਠੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਲਿਖੀ ਸੀ, ਉਹ ਭਾਈ ਗੜੀਆ ਨੇ ਜਾ ਕੇ ਬਾਬਾ ਆਨੰਦ ਜੀ ਦੇ ਚਰਨਾਂ ਵਿੱਚ ਭੇਟ ਕੀਤੀ ਹੈ। ਲਿਖੀ ਪ੍ਰੇਮ ਕਰ ਬਾਂਚੀ ਜਾਵੈ। ਪ੍ਰੇਮ ਦੇ ਨਾਲ ਲਿਖੀ ਹੋਈ ਚਿੱਠੀ ਨੂੰ ਜਦੋਂ ਬਾਬਾ ਆਨੰਦ ਜੀ ਨੇ ਪੜ੍ਹਿਆ ਹੈ, ਮਗਨ ਆਨੰਦ ਆਨੰਦ ਸੋ ਤਵੈ। ਤੇ ਬਾਬਾ ਆਨੰਦ ਜੀ ਮਗਨ ਹੋ ਗਏ ਆਨੰਦ ਦੇ ਵਿੱਚ। ਬਾਬਾ ਆਨੰਦ ਜੀ ਕੌਣ ਸਨ, ਇਹਨਾਂ ਦਾ ਪਿਛੋਕੜ ਵੀ ਜਾਣਨਾ ਜ਼ਰੂਰੀ ਹੈ। ਇੱਕ ਜੋਗੀ ਆਇਆ,
ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ। ਗੁਰਦੇਵ ਪਿਤਾ ਕਹਿੰਦੇ ਵੀ ਜੋਗੀ ਜੀ ਕੀ ਇੱਛਾ ਹੈ? ਕਹਿੰਦੇ ਪਾਤਸ਼ਾਹ ਆਨੰਦ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਹੁਣ ਇਸ ਜਨਮ 'ਚ ਤਾਂ ਕੋਈ ਨਹੀਂ ਮਿਲਣਾ, ਮਿਲੇਗਾ ਜ਼ਰੂਰ, ਇੱਕ ਜਨਮ ਹੋਰ ਧਾਰਨਾ ਪਏਗਾ। ਜਦੋਂ ਹੁਣ ਸਰੀਰ ਛੱਡੋਗੇ ਤੇ ਤੁਹਾਡਾ ਜਨਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਘਰ ਵਿੱਚ ਹੋਵੇਗਾ। ਇਸ ਯੋਗੀ ਨੇ ਸਰੀਰ ਛੱਡਿਆ ਤੇ ਇਧਰ ਬਾਬਾ ਮੋਹਰੀ ਜੀ ਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ। ਸਿੱਖਾਂ ਨੇ ਸੁਨੇਹਾ ਦਿੱਤਾ ਪਾਤਸ਼ਾਹ ਪੋਤਰੇ ਨੇ ਜਨਮ ਲਿਆ ਆਪ ਜੀ ਦੇ ਗ੍ਰਹਿ ਬਾਬਾ ਮੋਹਰੀ ਜੀ ਦੇ ਘਰ ਵਿਖੇ। ਤੇ ਸਤਿਗੁਰੂ ਕਹਿੰਦੇ ਵੀ ਉਹ ਬੱਚੇ ਨੂੰ ਸਾਡੇ ਕੋਲ ਲਿਆਓ। ਜਦੋਂ ਬਾਲਕ ਨੂੰ ਗੋਦ ਵਿੱਚ ਪਾਇਆ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਾਮਕਲੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਦੀ, ਉਹ ਬਾਣੀ 40 ਪੌੜੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰੀਆਂ। ਇਸ ਬਾਬਾ ਆਨੰਦ ਜੀ ਦੇ ਜਨਮ ਤੇ ਆਨੰਦ ਸਾਹਿਬ ਦੀ ਬਾਣੀ ਉਚਾਰੀ, ਨਾਲ ਇਸ ਬਾਲਕ ਦਾ ਨਾਮ ਭਾਈ ਆਨੰਦ ਰੱਖਿਆ ਤੇ ਬਚਨ ਕੀਤਾ ਇਹ ਆਨੰਦ ਲੈਣ ਵਾਸਤੇ ਆਇਆ, ਇਹਦਾ ਜਨਮ ਹੀ ਆਨੰਦ ਵਾਸਤੇ ਹੋਇਆ। ਬਾਣੀ ਵੀ ਆਨੰਦ ਸਾਹਿਬ ਦੀ ਪੜ੍ਹੀ ਤੇ ਸਤਿਗੁਰਾਂ ਦੇ ਸੇਵਕ ਹੁੰਦੇ ਸਨ ਭਾਈ ਬੱਲੂ ਜੀ, ਉਹਨਾਂ ਨੂੰ ਆਗਿਆ ਕੀਤੀ ਗਲ ਦੇ ਵਿੱਚ ਢੋਲ ਪਾ ਲਓ ਤੇ ਕੋਠੇ ਤੇ ਚੜ੍ਹ ਕੇ ਇਹ ਆਨੰਦ ਸਾਹਿਬ ਦੀ ਬਾਣੀ ਸਾਰਿਆਂ ਨੂੰ ਉੱਚੀ ਉੱਚੀ ਆਵਾਜ਼ ਵਿੱਚ ਸੁਣਾਓ। ਜਿਹੜਾ ਜਿਹੜਾ ਸੁਣੇਗਾ, ਜਿਹਦੇ ਜਿਹਦੇ ਕੰਨੀ ਆਵਾਜ਼ ਪਏਗੀ, ਉਹਦਾ ਭਲਾ ਹੋ ਜਾਏਗਾ, ਉਹਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋਵੇਗੀ। ਜਿਹੜਾ ਸਿੱਖ ਨੇਮ ਦੇ ਨਾਲ ਸਾਡੀ ਇਹ 40 ਪੌੜੀਆਂ ਦੀ ਬਾਣੀ ਪੜ੍ਹਿਆ ਕਰੇਗਾ। ਸਤਿਗੁਰਾਂ ਨੇ ਬੜਾ ਭਾਰੀ ਜਿਹੜਾ ਵਰ ਉਹ ਆਨੰਦ ਸਾਹਿਬ ਦੀ ਬਾਣੀ ਨੂੰ ਦਿੱਤਾ। ਇਹ ਕਥਾ ਸਾਰੀ ਪਿੱਛੇ ਆ ਚੁੱਕੀ, ਆਪਾਂ ਸਰਵਣ ਕਰ ਚੁੱਕੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚ। ਸੋ ਇਹ ਭਾਈ ਆਨੰਦ ਜੀ ਉਹ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਗੋਦ ਵਿੱਚ ਬਿਠਾ ਕੇ ਸੰਪੂਰਨ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ। ਤੇ ਇਹ ਭਾਈ ਆਨੰਦ ਜੀ ਮਹਾਰਾਜ ਨਾਲ ਬੜਾ ਪ੍ਰੇਮ ਕਰਦੇ ਸਨ। ਤੇ ਸਾਧ ਸੰਗਤ ਜਦੋਂ 6ਵੇਂ ਪਾਤਸ਼ਾਹ ਦੀ ਚਿੱਠੀ ਹੋਈ, ਲਿਖੀ ਹੋਈ ਚਿੱਠੀ ਇਹਨਾਂ ਨੇ ਪੜ੍ਹੀ ਹੈ ਤੇ ਆਨੰਦ ਦੇ ਵਿੱਚ ਮਗਨ ਹੋ ਗਏ ਹਨ। ਗੁਰ ਲੀਲਾ ਕੇ ਚਲਤ ਵਿਚਾਰੇ। ਤੇ ਭਾਈ ਆਨੰਦ ਜੀ ਵੀ ਸਮਝਦੇ ਸਨ ਵੀ ਮਹਾਰਾਜ ਦੇ ਕੌਤਕ ਕੀ ਨੇ। ਸੋਚਣ ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਾਲ ਲੀਲਾ ਕਰ ਰਹੇ ਨੇ, ਕੌਤਕ ਕਰ ਰਹੇ ਹਨ। ਆਪਨ ਪੌਦ ਰਾਏ ਵਿਵਹਾਰੇ। ਸਤਿਗੁਰਾਂ ਨੇ ਆਪਣੇ ਆਪ ਨੂੰ ਲੁਕਾ ਲਿਆ ਹੈ। ਪਰ ਨਰਨ ਕੇ ਕਰਹਿ ਸਮਾਨ। ਤੇ ਆਮ ਮਨੁੱਖਾਂ ਵਾਂਗੂ ਨਾ ਸਤਿਗੁਰੂ ਵਿਹਾਰ ਕਰਦੇ ਵੀ ਆਪਣਾ ਆਪ ਜਣਾਉਂਦੇ ਹੀ ਕੋਈ ਨਹੀਂ, ਪ੍ਰਗਟ ਹੀ ਨਹੀਂ ਹੋਣ ਦਿੰਦੇ। ਕਰਤਾ ਹਰਤਾ ਸਰਬ ਜਹਾਨ। ਸਤਿਗੁਰੂ ਸਾਰੇ ਜਹਾਨ ਦੇ ਕਰਤਾ ਨੇ, ਬਣਾਉਣ ਵਾਲੇ ਵੀ ਆਪ ਨੇ, ਸਾਰੇ ਜਹਾਨ ਨੂੰ ਨਸ਼ਟ ਕਰਨ ਵਾਲੇ ਵੀ ਆਪ ਹਨ। ਜਿਸ ਕੀ ਮਾਇਆ ਮਹਾ ਅਪਾਰ। ਜਿਸ ਸਤਿਗੁਰਾਂ ਦੀ ਮਾਇਆ ਜਿਹੜੀ ਹੈ ਉਹ ਪਾਰਾਵਾਰ ਤੋਂ ਰਹਿਤ ਹੈ। ਜਿਸ ਕੋ ਕਬ ਕਿਨ ਲਹਿਓ ਨ ਪਾਰ। ਤੇ ਜਿਸ ਸਤਿਗੁਰਾਂ ਦਾ ਕਦੇ ਕਿਸੇ ਨੇ ਪਾਰਾਵਾਰ ਪ੍ਰਾਪਤ ਨਹੀਂ ਕੀਤਾ, ਤਿਨ ਕੋ ਅਬ ਦਰਸ਼ਨ ਮੈਂ ਪਾਉ। ਐਸੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੈਂ ਦਰਸ਼ਨ ਪ੍ਰਾਪਤ ਕਰਾਂਗਾ। ਧਨ ਜਨਮ ਆਪਣੋ ਕਰ ਆਉ। ਇਸ ਤਰ੍ਹਾਂ ਉਹਨਾਂ ਦੇ ਦੀਦਾਰ ਕਰਕੇ, ਆਪਣਾ ਜਨਮ ਧਨ ਕਰਕੇ, ਜਨਮ ਸਫਲਾ ਕਰਕੇ ਮੈਂ ਆਵਾਂਗਾ। ਲੈ ਆਪਣੇ ਸੰਗ ਮਾਨਵ ਬ੍ਰਿੰਦ। ਬਾਬਾ ਆਨੰਦ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਹੁਤ ਸਾਰੇ ਸਿੱਖਾਂ ਨੂੰ ਆਪਣੇ ਨਾਲ ਲਿਆ ਹੈ। ਭਇਓ ਤਿਆਰ ਚਲਬੇ ਆਨੰਦ। ਭਾਈ ਆਨੰਦ ਜੀ ਕੀਰਤਪੁਰ ਸਾਹਿਬ ਚੱਲਣ ਵਾਸਤੇ ਤਿਆਰ ਹੋ ਪਏ ਹਨ। ਚਲੇ ਪਾਲਕੀ ਆਵਤ ਭਏ। ਜਿਹੜੀ ਪਾਲਕੀ ਮਹਾਰਾਜ ਨੇ ਭੇਜੀ ਸੀ ਉਸ ਪਾਲਕੀ ਤੇ ਸਵਾਰ ਹੋ ਕੇ ਆ ਰਹੇ ਹਨ। ਗੜੀਆ ਅਪਰ ਲੋਕ ਸੰਗ ਲਏ। ਉਹਨਾਂ ਨੇ ਬਾਬਾ ਗੜੀਆ ਜੀ ਤੇ ਹੋਰ ਸਿੱਖ ਸੰਗਤਾਂ ਨੂੰ ਆਪਣੇ ਨਾਲ ਲੈ ਲਿਆ ਹੈ। ਪਹੁੰਚੇ ਨਿਕਟ ਜਬ ਹੈ ਸੁਧ ਲਏ। ਇਸ ਤਰ੍ਹਾਂ ਚੱਲਦੇ ਜਦੋਂ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਖਬਰ ਮਿਲ ਗਈ ਵੀ ਬਾਬਾ ਆਨੰਦ ਜੀ ਆ ਰਹੇ ਹਨ। ਸ੍ਰੀ ਗੁਰੂ ਹਰਗੋਬਿੰਦ ਤਬ ਗਏ। ਉਹਨਾਂ ਦਾ ਸਤਿਕਾਰ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਨਗਰ ਤੋਂ ਬਾਹਰ ਗਏ ਹਨ। ਮੀਲ ਜਾਏ ਕਰ ਦੂਰ ਅਗਾਰੇ। ਕੀਰਤਪੁਰ ਸਾਹਿਬ ਤੋਂ ਕਾਫੀ ਦੂਰ ਜਾ ਕੇ ਨਾ ਬਾਹਰ ਨਿਕਲ ਕੇ ਬਾਬਾ ਆਨੰਦ ਜੀ ਨੂੰ ਮਿਲੇ ਹਨ। ਤੂਸ਼ਨ ਧਰੇ ਹਟਾਏ ਕਹਾਰੇ। ਮਹਾਰਾਜ ਜੀ ਨਾ ਚੁੱਪ ਚਪੀਤੇ ਗਏ, ਬੋਲੇ ਨਹੀਂ ਵੀ ਪਤਾ ਨਾ ਲੱਗੇ ਬਾਬਾ ਆਨੰਦ ਜੀ ਨੂੰ। ਜਿਨ੍ਹਾਂ ਕਹਾਰਾਂ ਨੇ ਪਾਲਕੀ ਚੁੱਕੀ ਸੀ ਨਾ ਮੋਢੇ ਤੇ,
ਇੱਕ ਕਹਾਰ ਨੂੰ ਹਟਾ ਕੇ ਤੇ ਆਪ ਮਹਾਰਾਜ ਨੇ ਬਾਬਾ ਆਨੰਦ ਜੀ ਦੀ ਪਾਲਕੀ ਨੂੰ ਮੋਢਾ ਦਿੱਤਾ ਹੈ। अपन कंध सिवकास उठाई, ਇਸ ਤਰ੍ਹਾਂ ਆਪਣੇ ਮੋਢੇ ਉੱਪਰ ਮਹਾਰਾਜ ਨੇ ਉਹਨਾਂ ਦੀ ਪਾਲਕੀ ਚੁੱਕੀ ਹੈ। किसी रीत चाले अगवाई, ਜਿਵੇਂ ਪਹਿਲਾਂ ਕਹਿੰਦੇ ਕਹਾਰ ਪਾਲਕੀ ਲੈ ਕੇ ਤੁਰੇ ਜਾ ਰਹੇ ਸਨ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੋਢਾ ਦੇ ਕੇ ਉਹਨਾਂ ਦੀ ਪਾਲਕੀ ਨੂੰ ਲੈ ਕੇ ਜਾ ਰਹੇ ਹਨ। मान बढ़ावन हेत कृपाला, ਆਪਣੇ ਪਿਆਰਿਆਂ ਦਾ ਮਾਨ ਵਧਾਉਣ ਵਾਸਤੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ धरे कंध पर मग मह चाला, ਪਾਲਕੀ ਨੂੰ ਆਪਣੇ ਮੋਢੇ ਤੇ ਰੱਖਿਆ ਤੇ ਇਸ ਤਰ੍ਹਾਂ ਮਾਰਗ ਦੇ ਵਿੱਚ ਤੁਰੇ ਜਾ ਰਹੇ ਹਨ। जान्यो जवै आनंद जी ऐसे, ਅੱਗੇ ਜਾ ਕੇ ਨਾ ਭਾਈ ਆਨੰਦ ਜੀ ਨੂੰ ਥੋੜਾ ਸ਼ੱਕ ਹੋਇਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਦਾਂ ਜਾਪਿਆ ਵੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਗਏ ਹਨ। भय सूत अर्जन के जैसे, ਮਨ ਵਿੱਚ ਸੋਚਣ ਲੱਗੇ ਵੀ ਇੱਥੇ ਤਾਂ ਇਸ ਤਰ੍ਹਾਂ ਦੀ ਖੇਡ ਬਣ ਗਈ ਵੀ ਜਿਵੇਂ ਅਰਜਨ ਦੇ ਰਥਵਾਈ ਜਿਵੇਂ ਕ੍ਰਿਸ਼ਨ ਜੀ ਨਹੀਂ ਬਣ ਗਏ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆ ਕੇ ਮੇਰੀ ਪਾਲਕੀ ਚੁੱਕ ਲਈ ਹੈ। निर्मी होन हेरगत मन की, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਨ ਨੀਵੇਂ ਹੋਣ ਦੀ ਜਿਹੜੀ ਦਸ਼ਾ ਹੈ ਉਹ ਅਸਾਂ ਵੇਖੀ ਹੈ। इम ही रीत पुरातन इनकी, ਬਾਬਾ ਆਨੰਦ ਜੀ ਸੋਚਦੇ ਇਹਨਾਂ ਦੀ ਇਹ ਪੁਰਾਣੀ ਰੀਤ ਹੈ, ਇਹ ਨਵੀਂ ਰੀਤ ਨਹੀਂ। ਇਹ ਰੀਤ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤੋਰੀ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਪੋਥੀਆਂ ਲੈਣ ਗਏ ਨਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਕੋਲੋਂ ਗੋਇੰਦਵਾਲ ਸਾਹਿਬ ਵਿਖੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਤੇ ਬਾਬਾ ਮੋਹਨ ਜੀ ਨੇ ਪੋਥੀਆਂ ਦਿੱਤੀਆਂ ਨਹੀਂ ਸਨ। ਪਹਿਲਾਂ ਭਾਈ ਗੁਰਦਾਸ ਜੀ ਗਏ, ਉਹਨਾਂ ਨੂੰ ਮੋੜ ਦਿੱਤਾ। ਬਾਬਾ ਬੁੱਢਾ ਜੀ ਗਏ, ਉਹਨਾਂ ਨੂੰ ਵੀ ਮੋੜ ਦਿੱਤਾ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਆਏ, ਜੋੜਾ ਲਾ ਦਿੱਤਾ। ਚੁਬਾਰਾ ਸਾਹਿਬ ਦੇ ਨਾਲ ਪਿੱਛੇ ਗਲੀ ਸੀ, ਉੱਥੇ ਬਹਿ ਗਏ ਚੌਂਕੜਾ ਮਾਰ ਕੇ ਤੇ ਕੀਰਤਨ ਕਰਨ ਲੱਗ ਪਏ ਬਾਣੀ ਦਾ। ਤੇ ਬਾਬਾ ਮੋਹਨ ਜੀ ਨੇ ਖਿੜਕੀ ਬੋਲੀ, ਖਿੜਕੀ ਖੋਲ ਕੇ ਨਾ ਉੱਚੋਂ ਬੋਲ ਕਬੋਲ ਜੇ ਬੋਲਣ ਲੱਗ ਪਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀਰਤਨ ਹੀ ਕਰੀ ਜਾਣ। ਉਹ ਕੀਰਤਨ ਸੁਣ ਕੇ ਹੀ ਬਾਬਾ ਮੋਹਨ ਜੀ ਜਿਹੜੇ ਉਹ ਹੇਠਾਂ ਉਤਰ ਆਏ। ਉਹ ਸ਼ਬਦ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ, ਜਿਹੜਾ ਉੱਥੇ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਸ਼ਬਦ ਦੇ 4 ਬੰਦ ਉਚਾਰੇ ਤੇ 4 ਬੰਦ ਸੁਣ ਤੋਂ ਬਾਅਦ ਬਾਬਾ ਮੋਹਨ ਜੀ ਥੱਲੇ ਆ ਕੇ ਨਾ ਚਰਨਾਂ ਤੇ ਢਹਿ ਪਏ। ਆਖਦੇ ਨੇ ਵੀ ਇਹੀ ਤੁਹਾਡੀ ਨਿਮਰਤਾ ਜਿਹੜੀ ਹੈ ਨਾ, ਉਸ ਨਿਮਰਤਾ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਦਾਤ ਆਪਣੀ ਝੋਲੀ ਵਿੱਚ ਪਵਾ ਲਈ ਤੇ ਅਸੀਂ ਹੰਕਾਰ ਵਿੱਚ ਖਾਲੀ ਰਹਿ ਗਏ। ਅੱਜ ਤੁਹਾਡੀ ਨਿਮਰਤਾ ਇਹ ਤੁਹਾਨੂੰ ਇੱਥੋਂ ਤਾਈਂ ਲੈ ਕੇ ਆਈ ਹੈ ਵੀ ਤੁਹਾਨੂੰ ਇੰਨੀਆਂ ਵਡਿਆਈਆਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਮਿਲੀਆਂ ਨੇ। ਤੇ ਬਾਬਾ ਆਨੰਦ ਜੀ ਨੇ ਇਹੀ ਗੱਲ ਸੋਚੀ, ਨਿਮਰੀ ਹੋਣ ਹੇਰ ਗਤ ਮਨ ਕੀ, ਕਿ ਇਹਨਾਂ ਦੀ ਜਿਹੜੀ ਮਨ ਦੀ ਦਸ਼ਾ ਉਹ ਬੜੀ ਨਿਰਮਾਣਤਾ ਵਾਲੀ ਹੈ। ਇਹਨਾਂ ਦੀ ਕੋਈ ਨਵੀਂ ਰੀਤ ਨਹੀਂ, ਇਹ ਇਹਨਾਂ ਦੀ ਪੁਰਾਣੀ ਰੀਤ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਚਲਦੀ ਆ ਰਹੀ ਹੈ। तब ही कूद पाल की त्यागी, ਬਾਬਾ ਆਨੰਦ ਜੀ ਦਾ ਪ੍ਰੇਮ ਵੇਖੋ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਗੁਰੂ ਸਾਹਿਬ ਨੇ ਪਾਲਕੀ ਨੂੰ ਮੋਢਾ ਦਿੱਤਾ ਤੇ ਉਸੇ ਵਕਤ ਹੀ ਪਾਲਕੀ ਨੂੰ ਤਿਆਗ ਦਿੱਤਾ। मिले परस्पर अत अनुरागी, ਕਵੀ ਜੀ ਕਹਿੰਦੇ ਪਾਲਕੀ ਤੋਂ ਛਾਲ ਮਾਰ ਕੇ ਉਤਰੇ ਵੀ ਇਹ ਤਾਂ ਬੜੀ ਵੱਡੀ ਘੋਰ ਬੇਅਦਬੀ ਹੈ। ਮੈਂ ਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲਿਆ, ਉਹਨਾਂ ਦੇ ਦੀਦਾਰ ਲਈ ਚੱਲਿਆ ਤੇ ਗੁਰੂ ਸਾਹਿਬ ਨੇ ਮੇਰੀ ਪਾਲਕੀ ਨੂੰ ਮੋਢਾ ਦਿੱਤਾ। ਤੇ ਸਾਧ ਸੰਗਤ ਪਾਲਕੀ ਤੋਂ ਛਾਲ ਮਾਰੀ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੇ ਹਨ। जग के नरन बंचना कर हो, ਹੱਥ ਜੋੜ ਕੇ ਬਾਬਾ ਆਨੰਦ ਜੀ ਕਹਿੰਦੇ ਮਹਾਰਾਜ ਅਸੀਂ ਆ ਜਗਤ ਦੇ ਮਨੁੱਖ, ਯਾਨੀ ਕਿ ਅਸੀਂ ਆਮ ਜਿਹੇ ਮਨੁੱਖਾਂ ਤੇ ਤੁਸੀਂ ਹੋ ਪਰਮੇਸ਼ਰ ਤੇ ਤੁਸੀਂ ਸਾਡੇ ਜਿਹਾਂ ਨੂੰ ਠੱਗ ਰਹੇ ਹੋ। ਗੁਰਬਾਣੀ ਵਿੱਚ ਵੀ ਬਚਨ ਆਉਂਦਾ ਨਾ, ਕਬੀਰ ਜੀ ਨੇ ਆਖਿਆ ਜੀ ਹਰ ਠੱਗ ਜਗ ਕੋ ਠਗੌਰੀ ਲਾਈ। ਕਹਿੰਦੇ ਰੱਬ ਠੱਗ ਹੈ, ਰੱਬ ਰੂਪੀ ਠੱਗ ਨੇ ਜਗਤ ਨੂੰ ਮਾਇਆ ਰੂਪੀ ਠਗੌਰੀ ਲਾ ਦਿੱਤੀ, ਲੁੱਟ ਲਿਆ ਸਾਰਿਆਂ ਨੂੰ। ਤੇ ਬਾਬਾ ਆਨੰਦ ਜੀ ਕਹਿੰਦੇ ਪਾਤਸ਼ਾਹ ਤੁਸੀਂ ਸਾਨੂੰ ਠੱਗ ਰਹੇ ਹੋ, ਅਸੀਂ ਤਾਂ ਆਪ ਜੇ ਮਨੁੱਖਾਂ, ਤੁਹਾਡੇ ਕੌਤਕ ਸਾਨੂੰ ਸਮਝ ਨਹੀਂ ਆਉਂਦੇ।
ਤੇ ਤੁਸੀਂ ਸਾਡੇ ਜਿਹਾਂ ਨੂੰ ਠੱਗੀ ਜਾਂਦੇ ਹੋ। ਅਤ ਪ੍ਰਤਾਪ ਧਰ ਸਭ ਤੇ ਦੁਰਹੁ। ਪਾਤਸ਼ਾਹ ਜੀ ਤੁਸੀਂ ਇਤਨਾ ਭਾਰੀ ਪ੍ਰਤਾਪ ਧਾਰਨ ਕਰਕੇ ਵੀ ਸਾਰਿਆਂ ਤੋਂ ਲੁਕੇ ਰਹਿੰਦੇ ਹੋ, ਛਪੇ ਰਹਿੰਦੇ ਹੋ। ਇਮ ਉਚ ਰਹਿ ਗ੍ਰਹਿ ਮਹੱਲੇ ਆਏ। ਬਾਬਾ ਆਨੰਦ ਜੀ ਇਸ ਤਰ੍ਹਾਂ ਬੇਨਤੀ ਕਰ ਰਹੇ ਸਨ ਤੇ ਸਤਿਗੁਰੂ ਉਹਨਾਂ ਨੂੰ ਨਾਲ ਲੈ ਕੇ ਆਪਣੇ ਘਰ ਵਿੱਚ ਆ ਗਏ ਹਨ। ਰੁਚਿਰ ਪ੍ਰਯੰਕ ਵਿਸ਼ਾਵਨ ਛਾਏ। ਬੜਾ ਸੋਹਣਾ ਇੱਕ ਪਲੰਘ ਵਿਛਾਇਆ, ਉਹਦੇ ਉੱਪਰ ਭਾਂਤ ਭਾਂਤ ਦੇ ਸੁੰਦਰ ਆਸਤਰਨ ਵਿਛਾਏ ਹਨ। ਕਰ ਪੂਜਾ ਸਨਮਾਨ ਬਿਠਾਏ। ਬਾਬਾ ਆਨੰਦ ਜੀ ਦੀ ਪੂਜਾ ਕਰਕੇ ਉਹਨਾਂ ਨੂੰ ਸਨਮਾਨ ਦੇ ਨਾਲ ਬਿਠਾਇਆ ਹੈ। ਮਰਦੁਲ ਮਧੁਰ ਮੁਖ ਬਾਕ ਅਲਾਏ। ਛੇਵੇਂ ਪਾਤਸ਼ਾਹ ਨੇ ਰਸਨਾ ਨਾਲ ਬੜੇ ਮਿੱਠੇ ਤੇ ਕੋਮਲ ਬਚਨ ਉਚਾਰਨ ਕੀਤੇ ਹਨ। ਬਿਰਹਾ ਤੁਮਾਰੋ ਭਾਚਰ ਕਾਲਾ। ਸਤਿਗੁਰੂ ਕਹਿਣ ਲੱਗੇ ਬਾਬਾ ਜੀ ਅਸਲ ਵਿੱਚ ਤੁਹਾਡੇ ਮਿਲਾਪ ਤੋਂ ਬਿਨਾਂ ਬਿਰਹਾ ਕਰਕੇ ਅਸੀਂ ਬੜੇ ਹੀ ਮਨ ਹਰ ਵਕਤ ਤੁਹਾਨੂੰ ਚੇਤੇ ਕਰਦੇ ਸਾਂ। ਨਹੀਂ ਮਿਲੇ ਮਨ ਪ੍ਰੇਮ ਵਿਸਾਲਾ। ਤੁਹਾਡੇ ਨਾਲੋਂ ਵਿਛੋੜੇ ਪਿਆ ਬਹੁਤਾ ਦੇਰ ਹੋ ਗਿਆ ਤੇ ਮਨ ਵਿੱਚ ਪ੍ਰੇਮ ਤਾਂ ਬੜਾ ਸੀ ਪਰ ਤੁਹਾਡੇ ਨਾਲ ਮੇਲ ਨਹੀਂ ਹੋ ਸਕਿਆ। ਤਬ ਕੇ ਸੇਵਾ ਤੇ ਰਹਿ ਗਏ। ਤੇ ਅਸੀਂ ਤੁਹਾਡੀ ਸੇਵਾ ਤੋਂ ਵਾਂਝੇ ਰਹਿ ਗਏ, ਤੁਹਾਡੀ ਸੇਵਾ ਨਾ ਕਰ ਸਕੇ। ਕਬਹੂ ਭਈ ਨਹਿ ਕਾਂਖਾ ਕੇ। ਤੁਹਾਡੀ ਕਦੇ ਸੇਵਾ ਨਹੀਂ ਸਾਡੇ ਕੋਲੋਂ ਹੋਈ, ਮਨ ਵਿੱਚ ਸਾਡੇ ਇੱਛਾ ਤਾਂ ਬੜੀ ਸੀ। ਜਬ ਕੇ ਬਿਛਰੇ ਸੁਖ ਨਹਿ ਪਾਇਬ। ਜਦੋਂ ਦੇ ਅਸੀਂ ਤੁਹਾਡੇ ਨਾਲੋਂ ਵਿਛੜਿਆ ਸੀ ਸੁਖ ਨਹੀਂ ਪ੍ਰਾਪਤ ਕੀਤਾ। ਬਾਦ ਦੁੰਦ ਨਿਤ ਤੁਰਕ ਉਠਾਇਬ। ਇੱਥੇ ਤਾਂ ਰੋਜ਼ ਹੀ ਤੁਰਕ ਆ ਕੇ ਕੋਈ ਨਾ ਕੋਈ ਝਗੜਾ ਬਖੇੜਾ ਖੜਾ ਕਰਕੇ ਰੱਖਦੇ ਹਨ। ਹਮਕੋ ਆਪ ਜਾਣਤੇ ਕੈਸੇ। ਤੇ ਤੁਸੀਂ ਕਿਰਪਾ ਕਰਕੇ ਦੱਸੋ, ਹਮਕੋ ਆਪ ਜਾਣਤੇ ਕੈਸੇ, ਤੁਸੀਂ ਸਾਨੂੰ ਕੈਸੇ ਜਾਣਦੇ ਹੋ। ਕਰੁਣਾ ਕਰਹੁ ਬਤਾਵਹੁ ਤੈਸੇ। ਆਪ ਕਿਰਪਾ ਕਰਕੇ ਸਾਨੂੰ ਦੱਸੋ, ਜਿਸ ਤਰ੍ਹਾਂ ਤੁਸੀਂ ਸਾਨੂੰ ਜਾਣਦੇ ਹੋ ਉਸੇ ਤਰ੍ਹਾਂ ਹੀ ਦੱਸ ਦਿਓ। ਸੁਨਤ ਆਨੰਦ ਵਿਸਾਲੇ। ਇਹ ਬਚਨ ਸੁਣ ਕੇ ਬਾਬਾ ਆਨੰਦ ਜੀ ਝਟ ਆਨੰਦ ਦੇ ਵਿੱਚ ਆ ਗਏ ਹਨ। ਪ੍ਰੇਮ ਮਗਨ ਹਵੈ ਕਹਿਤ ਉਸਾਲੇ। ਪ੍ਰੇਮ ਦੇ ਵਿੱਚ ਮਗਨ ਹੋ ਕਰਕੇ ਉਤਾਵਲੇ ਹੋ ਕੇ ਮਹਾਰਾਜ ਨੂੰ ਬੇਨਤੀ ਕਰਦੇ ਹਨ। ਸ੍ਰੀ ਗੁਰੂ ਨਾਨਕ ਅੰਗਦ ਰੂਪ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਸਨ ਮਹਾਰਾਜ। ਉਹਨਾਂ ਦੇ ਦੂਜੇ ਰੂਪ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਨ। ਤ੍ਰਿਤੀਏ ਸ੍ਰੀ ਗੁਰੂ ਅਮਰ ਅਨੂਪ। ਤੇ ਗੁਰੂ ਨਾਨਕ ਸਾਹਿਬ ਦੇ ਤੀਜੇ ਰੂਪ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਨ। ਸਤਿਗੁਰੂ ਰਾਮਦਾਸ ਸ੍ਰੀ ਅਰਜਨ। ਉਸ ਤੋਂ ਬਾਅਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਚੌਥੇ ਰੂਪ। ਤੇ ਇਸੇ ਤਰ੍ਹਾਂ ਪੰਜਵੇਂ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਏ ਹਨ। ਹਰ ਗੋਬਿੰਦ ਖਸ਼ਟਮ ਤੁਨ ਦਿਨ ਪਤ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ ਜਿਹੜਾ ਖਸ਼ਟਮ ਰੂਪ ਹੈ ਨਾ, ਉਹ ਆਪ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡਾ ਹੈ। ਅਸਾਂ ਨੇ ਕੋਈ ਭੇਦ ਕੋਈ ਫਰਕ ਨਹੀਂ ਸਮਝਿਆ ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਜੀ ਵਿੱਚ। ਪਾਰ ਬ੍ਰਹਮ ਕੀ ਜੋਤ ਗਹੀਲਾ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਜੋਤ ਹੈ, ਇਹੀ ਜੋਤ ਗੁਰੂ ਨਾਨਕ ਸਾਹਿਬ ਧਾਰ ਕੇ ਇਸ ਜਗਤ ਵਿੱਚ ਆਏ ਤੇ ਉਹ ਜੋਤ ਆਪ ਜੀ ਵਿੱਚ ਵਰਤਦੀ ਹੈ। ਧਰ ਮਾਇਆ ਤਨ ਠਾਨਤ ਲੀਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਇਆ ਦੁਆਰਾ ਸਰੀਰ ਧਾਰਨ ਕਰਕੇ ਮਨੁੱਖਾਂ ਵਾਲੀ ਲੀਲਾ ਇਸ ਜਗਤ ਵਿੱਚ ਤੁਸੀਂ ਕਰਦੇ ਹੋ। ਕਰਹੁ ਚਰਿਤ੍ਰ ਵਿਚਿਤ੍ਰ ਉਦਾਰੇ। ਤੇ ਤੁਹਾਡੇ ਜਿਹੜੇ ਚਰਿੱਤਰ ਕੌਤਕ ਨੇ ਨਾ, ਬੜੇ ਬਚਿੱਤਰ ਨੇ, ਜਿਹੜੇ ਕਿਸੇ ਨੂੰ ਸਮਝ ਨਹੀਂ ਆ ਸਕਦੇ। ਨਰ ਹੇਰਤ ਭਰਮਤ ਹੈ ਸਾਰੇ। ਤੁਹਾਡੇ ਕੌਤਕਾਂ ਨੂੰ ਵੇਖ ਕੇ ਤਾਂ ਲੋਕ ਭਰਮ ਜਾਂਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਕਹਿੰਦੇ ਸ਼ਿਕਾਰੀਆਂ ਜਿਹਾ ਵਾਲਾ ਭੇਖ ਬਣਾ ਲਿਆ। ਸ਼ਬਦ ਵੀ ਆਉਂਦਾ ਨਾ, ਧਾਨਕ ਰੂਪ ਰਹਾ ਕਰਤਾਰ, ਸ੍ਰੀ ਰਾਗ ਦਾ ਹੀ ਇਹ ਸ਼ਬਦ ਹੈ। ਸ਼ਿਕਾਰੀਆਂ ਵਾਲਾ ਭੇਖ ਬਣਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਤੇ ਹੱਥ ਵਿੱਚ ਸੋਟਾ ਫੜ ਲਿਆ। ਜਿਹੜਾ ਕੋਈ ਨੇੜੇ ਆਇਆ ਕਰੇ ਜ਼ੋਰ ਕੇ ਸੋਟਾ ਮਾਰਿਆ ਕਰੇ, ਭੱਜ ਜਾਓ ਇੱਥੋਂ। ਫਿਰ ਕੋਈ ਹੋਰ ਆਇਆ ਕਰੇ, ਕੌਣ ਹੋ ਤੁਸੀਂ? ਕਹਿੰਦੇ ਜੀ ਸਿੱਖ ਹੋ। ਫਿਰ ਸੋਟਾ ਮਾਰਿਆ ਕਰਨ, ਦੌੜ ਜਾਓ। ਤੇ ਕਹਿੰਦੇ ਸ੍ਰੀ ਕਰਤਾਰਪੁਰ ਸਾਹਿਬ ਖਾਲੀ ਹੋ ਗਿਆ, ਸਾਰੇ ਭੱਜ ਗਏ ਧਰਮਸ਼ਾਲਾ ਵਿੱਚੋਂ। ਤੇ ਮਗਰ ਰਹਿ ਗਏ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ। ਜਦੋਂ ਗੁਰੂ ਅੰਗਦ ਦੇਵ ਸਾਹਿਬ ਆਏ ਨਾ ਕੋਲ, ਕੌਣ ਹੈ ਭਾਈ ਤੂੰ? ਕਹਿੰਦੇ ਜੀ ਸਿੱਖ। ਸੋਟਾ ਮਾਰਿਆ ਜ਼ੋਰ ਦੇ ਨਾਲ। ਕਾਹਦਾ ਸਿੱਖ? ਬਚਨ ਤਾਂ ਸਾਡਾ ਕਦੇ ਮੰਨਿਆ ਨਹੀਂ, ਕਹਾਣ ਨਾਲ ਥੋੜਾ ਕੋਈ ਸਿੱਖ ਹੁੰਦਾ, ਜਾ ਇੱਥੋਂ ਚਲਾ ਜਾ। ਕਹਿੰਦੇ ਜੀ 7 ਬਚਨ।
ਕਈ ਵਾਰੀ ਇਹੋ ਜੀ ਲੀਲਾ ਮਹਾਰਾਜ ਗੁਰੂ ਨਾਨਕ ਸਾਹਿਬ ਕਰਿਆ ਕਰਦੇ ਸਨ। ਸਿਰ ਦੇ ਉੱਪਰ ਰੱਸਾ ਨਹੀਂ ਹੁੰਦਾ ਜਿਹੜਾ ਸ਼ਿਕਾਰੀਆਂ ਕੋਲ, ਉਹ ਰੱਸਾ ਕਹਿੰਦੇ ਲੈ ਕੇ ਲਪੇਟ ਲਿਆ, ਬਾਣ ਜਿਹਾ ਵੜ ਲਿਆ। ਇਸੇ ਤਰ੍ਹਾਂ ਮਹਾਰਾਜ ਨੇ ਕਮਰ ਕੱਸਾ ਲਾਇਆ, ਵਿੱਚ ਕਟਾਰ ਜੀ ਪਾ ਲਈ ਤੇ ਹੱਥ ਦੇ ਵਿੱਚ ਇੱਕ ਮੋਟਾ ਜਿਹਾ ਸੋਟਾ ਫੜ ਲਿਆ, ਸ਼ਿਕਾਰੀਆਂ ਜਿਹਾ ਵਾਲਾ ਭੇਖ ਬਣਾ ਲਿਆ। ਤਾਂ ਆ ਸ਼ਬਦ ਵੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭਵਕ ਹੈ ਬਦਨ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਇਹ ਸ਼ਬਦ ਉਦੋਂ ਉਚਾਰਿਆ ਸਤਿਗੁਰਾਂ ਨੇ। ਲੋਕ ਭਰਮ ਗਏ ਵੇਖ ਕੇ, ਸਭ ਦੌੜ ਗਏ, ਕਹਿੰਦੇ ਪਤਾ ਨਹੀਂ ਮਹਾਰਾਜ ਨੂੰ ਕੀ ਹੋ ਗਿਆ। ਕਈਆਂ ਨੇ ਤਾਂ ਇੱਥੋਂ ਤਾਈਂ ਆਖਿਆ ਵੀ ਉਮਰ ਜ਼ਿਆਦੀ ਹੋ ਗਈ, ਬਜ਼ੁਰਗ ਹੋ ਗਏ ਤਾਂ ਇਦਾਂ ਕਰਦੇ ਨੇ। ਤੇ ਥੋੜੀ ਦੇਰ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਆ ਗਏ। ਸਤਿਗੁਰੂ ਕਹਿਣ ਲੱਗੇ, ਪੁਰਖਾ ਤੂੰ ਵਾਪਸ ਆ ਗਿਆ? ਕਹਿੰਦੇ ਪਾਤਸ਼ਾਹ ਜਾਣਾ ਵੀ ਕਿੱਥੇ ਹੈ, ਮੇਰੇ ਲਈ ਕੋਈ ਜਗ੍ਹਾ ਹੀ ਕੋਈ ਨਹੀਂ। ਅਸੀਂ ਤੈਨੂੰ ਕਿਹਾ ਸੀ ਚਲਾ ਜਾ। ਮਹਾਰਾਜ ਮੈਂ ਚਲਾ ਗਿਆ ਸੀ, ਤੁਸੀਂ ਇਹ ਥੋੜਾ ਆਖਿਆ ਸੀ ਵੀ ਮੁੜ ਕੇ ਨਹੀਂ ਆਉਣਾ। ਤੁਸੀਂ ਤਾਂ ਜਾਣ ਦਾ ਹੁਕਮ ਕੀਤਾ ਸੀ, ਤੁਹਾਡਾ ਹੁਕਮ ਮੰਨ ਕੇ ਚਲਾ ਗਿਆ। ਆਉਣਾ ਤਾਂ ਪਾਤਸ਼ਾਹ ਇੱਥੇ ਹੀ ਹੈ ਨਾ, ਮੇਰੇ ਲਈ ਕੋਈ ਹੋਰ ਦੂਜੀ ਜਗ੍ਹਾ ਹੀ ਕੋਈ ਨਹੀਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਲੀਲਾ ਕਰਦੇ ਨੇ ਤੇ ਲੋਕ ਭਰਮ ਜਾਂਦੇ ਨੇ। ਇਹ ਲੀਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਕਰਦੇ ਰਹੇ। ਮੁੱਢਲੀ ਕਥਾ ਆਉਂਦੀ ਹੈ, ਜਦੋਂ ਸ਼ਸਤਰ ਧਾਰੇ ਨਾ ਤੇ ਕਈਆਂ ਦੇ ਮਨ ਵਿੱਚ ਵਹਿਮ ਪੈਦਾ ਹੋ ਗਿਆ ਛੇਵੇਂ ਪਾਤਸ਼ਾਹ ਦੇ ਸੰਬੰਧ ਵਿੱਚ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਉਹਦਾ ਜ਼ਿਕਰ ਕੀਤਾ ਹੈ। ਕੁੱਤੇ ਰੱਖ ਸ਼ਿਕਾਰ ਖਿਲਾਇਆ, ਸ਼ਿਕਾਰੀ ਕੁੱਤੇ ਰੱਖੇ ਮਹਾਰਾਜ ਨੇ, ਮੀਰ ਸ਼ਿਕਾਰ ਰੱਖੇ, ਬਾਜ ਰੱਖੇ, ਤੇ ਸ਼ਿਕਾਰ ਜਾ ਕੇ ਖੇਡਦੇ ਕਈਆਂ ਦਾ ਮਨ ਹੀ ਭਰਮ ਗਿਆ। ਤੋ ਇਸ ਵਾਸਤੇ ਕਵੀ ਜੀ ਲਿਖਦੇ ਨੇ, ਬਾਬਾ ਆਨੰਦ ਜੀ ਕਹਿੰਦੇ, ਕਰੋ ਚਰਿੱਤਰ ਵਿਚਿੱਤਰ ਉਚਾਰੇ, ਨਰ ਹੇਰਤ ਭਰਮਤ ਹੈ ਸਾਰੇ। ਤੁਸੀਂ ਮਹਾਰਾਜ ਬੜੇ ਵਿਚਿੱਤਰ ਅਚਰਜ ਕੌਤਕ ਕਰਦੇ ਹੋ, ਜਿਨ੍ਹਾਂ ਨੂੰ ਵੇਖ ਕੇ ਜਗਤ ਦੇ ਲੋਕ ਭਰਮ ਜਾਂਦੇ, ਉਹਨਾਂ ਨੂੰ ਸਮਝ ਨਹੀਂ ਪੈਂਦੀ। ਜਿਮ ਨਟ ਬਾਜੀ ਪਾਏ ਦਿਖਾਵੇ। ਸਤਿਗੁਰ ਜੀ ਜਿਵੇਂ ਕੋਈ ਨਟ ਬਾਜੀ ਪਾ ਕੇ ਲੋਕਾਂ ਨੂੰ ਵਿਖਾਉਂਦਾ ਹੈ, ਅਚਰਜ ਕੋ ਦਿਖਾਏ ਪਰਮਾਵੇ। ਉਹ ਅਚਰਜ ਜੇ ਕੌਤਕ ਕਰ ਕਰਕੇ ਲੋਕਾਂ ਨੂੰ ਭਰਮਾ ਲੈਂਦਾ। ਆਪੇ ਹੀ ਚੋਰ ਬਣ ਜਾਂਦਾ, ਆਪੇ ਹੀ ਸਿਪਾਹੀ ਬਣ ਜਾਂਦਾ, ਆਪੇ ਰਾਜਾ ਬਣ ਜਾਂਦਾ, ਆਪੇ ਵਜ਼ੀਰ ਬਣ ਜਾਂਦਾ। ਬਾਜੀਗਰਾ ਵੱਖਰੇ ਵੱਖਰੇ ਭੇਖ ਸਰੀਰ ਤੇ ਬਣਾਉਂਦਾ ਹੈ ਨਾ, ਪਰ ਅਸਲੀਅਤ ਉਹਦੀ ਤਾਂ ਉਹੀ ਰਹਿੰਦੀ ਹੈ ਨਾ ਅੰਦਰ। ਬਾਹਰੋਂ ਭਾਵੇਂ ਉਹ ਭੇਖ ਹੀ ਬਦਲਦਾ ਆਪਣੇ। ਇਸ ਤਰ੍ਹਾਂ ਫਿਰ ਉਹ ਇਦਾਂ ਦਾ ਕੌਤਕ ਕਰ ਕਰਕੇ ਲੋਕਾਂ ਨੂੰ ਭਰਮਾ ਲੈਂਦਾ ਹੈ। ਪੁਨ ਤੇ ਸੇਵਕ ਨਿਤ ਜਮੂਰਾ। ਫਿਰ ਉਹਦੇ ਕੋਲ ਨਾ ਕਹਿੰਦੇ ਇੱਕ ਨਾ ਉਹਦਾ ਛੋਟਾ ਜਿਹਾ ਜਮੂਰਾ ਰਹਿੰਦਾ। ਜਮੂਰਾ ਕਿਹਨੂੰ ਕਹਿੰਦੇ ਵੀ ਉਹਨਾਂ ਨੇ ਇੱਕ ਛੋਟਾ ਬੱਚਾ ਰੱਖਿਆ ਹੁੰਦਾ ਨਾਲ ਸਮਾਨ ਵਗੈਰਾ ਫੜਾਉਣ ਨੂੰ। ਤੇ ਕਹਿੰਦੇ ਹੁਣ ਉਹ ਜਿਹੜਾ ਜਮੂਰਾ ਹੁੰਦਾ ਨਾ ਬਾਜੀਗਰ ਦਾ, ਉਹਨੂੰ ਤਾਂ ਪਤਾ ਹੀ ਹੁੰਦਾ ਨਾ ਵੀ ਇਹ ਕੌਣ ਹੈ। ਲੋਕ ਭਾਵੇਂ ਭਰਮ ਜਾਂਦੇ ਨੇ, ਪਰ ਉਹ ਜਮੂਰੇ ਨੂੰ ਜ਼ਰੂਰ ਪਤਾ ਹੁੰਦਾ ਵੀ ਇਹ ਤਾਂ ਲੋਕਾਂ ਨੂੰ ਕੇਵਲ ਕੱਪੜੇ ਬਦਲ ਕੇ ਭੇਖ ਕਰਕੇ ਵਿਖਾ ਰਿਹਾ ਹੈ। ਸੋਨ ਹੈ ਭਰਮ ਹੈ ਜਾਨ ਹੈ ਕੂਰਾ। ਉਹ ਜਿਹੜਾ ਕਹਿੰਦੇ ਛੋਟਾ ਜਿਹਾ ਜਮੂਰਾ ਨਹੀਂ ਭਰਮ ਦਾ, ਉਹ ਸਾਰੀ ਗੱਲ ਨੂੰ ਝੂਠੀ ਕਰਕੇ ਜਾਣਦਾ। ਉਹ ਸਮਝਦਾ ਹੈ ਵੀ ਇਹਦਾ ਸਾਰਾ ਜਿਹੜਾ ਭੇਖ ਹੈ ਨਾ ਇਹ ਝੂਠਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਤੁਸੀਂ ਵੀ ਇੱਥੇ ਸੰਸਾਰ ਦੇ ਵਿੱਚ ਆ ਕਰਕੇ ਬਾਜੀਗਰ ਜੈਸੇ ਬਾਜੀ ਪਾ ਰਹੇ ਹੋ। ਬਾਜੀਗਰ ਜੈਸੇ ਬਾਜੀ ਪਾਈ ਨਾਨਾ ਭੇਖ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਾਜੀਗਰ ਬਾਜੀ ਪਾਉਂਦਾ ਨਾ, ਨਾਨਾ ਭੇਖ ਅਨੇਕਾਂ ਪ੍ਰਕਾਰਾਂ ਦੇ ਭੇਖ ਉਹ ਸਰੀਰ ਤੇ ਬਣਾ ਕੇ ਲੋਕਾਂ ਨੂੰ ਵਿਖਾਉਂਦਾ। ਪਰ ਉਹਦਾ ਜਿਹੜਾ ਨਾਲ ਸੇਵਕ ਹੁੰਦਾ, ਚੇਲਾ ਹੁੰਦਾ, ਉਹਨੂੰ ਤਾਂ ਪਤਾ ਹੁੰਦਾ ਨਾ ਵੀ ਇਹ ਤਾਂ ਬਾਜੀਗਰ ਹੈ, ਵੀ ਇਹ ਚੋਰ ਨਹੀਂ, ਨਾ ਇਹ ਰਾਜਾ ਹੈ, ਨਾ ਇਹ ਸਿਪਾਹੀ ਹੈ, ਨਾ ਇਹ ਪ੍ਰਜਾ ਹੈ। ਉਹਨੂੰ ਪਤਾ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਤੁਸੀਂ ਆਪ ਪਰਮੇਸ਼ਰ ਜਗਤ ਵਿੱਚ ਆ ਕੇ ਇੱਥੇ ਸੰਸਾਰ ਦੇ ਜੀਵਾਂ ਨੂੰ ਮਾਇਆ ਦੁਆਰਾ ਭਰਮਾ ਰਹੇ ਹੋ। ਪਰ ਅਸੀਂ ਨਾ ਛੋਟੇ ਜਿਹੇ ਜਮੂਰੇ ਆ, ਤੁਹਾਡੇ ਸੇਵਕ ਆ। ਸਾਨੂੰ ਤੁਹਾਡਾ ਭੇਦ ਜ਼ਰੂਰ ਪਤਾ ਵੀ ਤੁਸੀਂ ਕੌਤਕ ਕਰ ਰਹੇ ਹੋ। ਹੋਇਓ ਨਿਜ ਦਾਸਨ ਕਰੁਣਾ ਧਰੋ। ਇਸ ਤਰ੍ਹਾਂ ਤੁਸੀਂ ਆਪਣੇ ਸੇਵਕਾਂ ਦਾਸਾਂ ਦੇ ਉੱਪਰ ਬੜੀ ਕਿਰਪਾ ਕਰਦੇ ਹੋ। ਸੋ ਜਾਣੈ ਜੈਸੀ ਵਿਦ ਕਰੋ। ਤੁਹਾਡੇ ਸੇਵਕ ਜਾਣਦੇ ਨੇ ਤੁਸੀਂ ਜਿਸ ਤਰ੍ਹਾਂ ਦੇ ਕੌਤਕ ਵੀ ਕਰਦੇ ਹੋ ਨਾ, ਉਹਨਾਂ ਨੂੰ ਜ਼ਰੂਰ ਪਤਾ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ, ਚਰਨ ਕਬਲ ਸਿੱਖ ਭਵਰ ਲੁਭਾਇਆ। ਸਿੱਖ ਨਹੀਂ ਕਦੇ ਭਰਮ ਦਾ, ਜਿਨ੍ਹਾਂ ਸਿੱਖਾਂ ਦਾ ਮਨ ਸਤਿਗੁਰਾਂ ਦੇ ਪਾਵਨ ਚਰਨਾਂ ਕਬਲਾਂ ਤੇ ਭੌਰਾ ਬਣ ਕੇ ਲੁਭਾਏ ਮਨ ਹੋ ਗਿਆ ਹੈ। ਹਮ ਜਾਣ ਹੈ ਮਾਇਆ ਤੇ ਪਰੈ। ਸਤਿਗੁਰੂ ਅਸੀਂ ਜਾਣਦੇ ਹਾਂ ਤੁਸੀਂ ਮਾਇਆ ਤੋਂ ਪਰੇ ਹੋ।
ਤੁਮ ਅਲੰਭ ਹੋਏ ਜਗ ਕੋ ਕਰੈ। ਤੇ ਸਤਿਗੁਰੂ ਮਾਇਆ ਜਿਹੜੀ ਆਪ ਜੀ ਦੇ ਆਸਰੇ ਹੋ ਕਰਕੇ ਸਾਰੇ ਜਗਤ ਦੀ ਰਚਨਾ ਕਰਦੀ ਹੈ। ਨਿਰਵਿਕਾਰ ਗੁਣਹੀਨ ਅਲੇਪ। ਪਾਤਸ਼ਾਹ ਤੁਸੀਂ ਨਿਰਵਿਕਾਰ, ਵਿਕਾਰਾਂ ਤੋਂ ਰਹਿਤ ਹੋ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਗੁਰੂ ਕਲਗੀਧਰ ਜੀ ਆਪਣੀ ਬਾਣੀ 'ਚ ਲਿਖਦੇ, ਉਹ ਪ੍ਰਮਾਤਮਾ ਜਿਹੜਾ ਵਿਕਾਰਾਂ ਤੋਂ ਰਹਿਤ ਹੈ, ਨਾ ਉਹਦੇ ਵਿੱਚ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ, ਕੋਈ ਵੀ ਵਿਕਾਰ ਨਹੀਂ ਉਹਦੇ ਵਿੱਚ, ਸਾਰੇ ਵਿਕਾਰਾਂ ਤੋਂ ਰਹਿਤ ਹੈ, ਗੁਣਹੀਨ। ਇਸੇ ਪ੍ਰਕਾਰ ਸਤਿਗੁਰੂ ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਤੁਸੀਂ ਰਹਿਤ, ਸਦਾ ਹੀ ਬ੍ਰਹਮ ਸਰੂਪ ਹੋ ਤੇ ਸਾਰਿਆਂ ਵਿੱਚ ਰਹਿੰਦੇ, ਸਾਰਿਆਂ ਵਿੱਚੋਂ ਨਿਰਲੇਪ ਰਹਿੰਦੇ ਹੋ। ਤੁਮਰੇ ਮਹਿ ਵਿਸਤਾਰ ਸੰਖੇਪ। ਸਤਿਗੁਰੂ ਜਗਤ ਦਾ ਜਿਹੜਾ ਸੰਖੇਪ ਤੇ ਵਿਸਥਾਰ ਤੁਹਾਡੇ ਵਿੱਚ ਹੀ ਹੈ। ਜਗਤ ਜਿਹੜਾ ਫੈਲਿਆ ਹੋਇਆ ਇਹ ਵੀ ਤੁਹਾਡੇ ਵਿੱਚ ਹੈ, ਤੇ ਜਿਹੜਾ ਜਗਤ ਸੂਖਮ ਹੈ ਨਾ ਮਹਾਰਾਜ, ਇਹ ਸੂਖਮ ਜਗਤ ਵੀ ਆਪ ਜੀ ਦੇ ਵਿੱਚ ਹੀ ਹੈ। ਸਭ ਮਹਿ ਵਿਆਪਕ ਸਭ ਤੇ ਨਿਆਰੇ। ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਵੀ ਹੋ ਤੇ ਸਾਰਿਆਂ ਤੋਂ ਨਿਆਰੇ ਵੱਖਰੇ ਵੀ ਹੋ। ਸਭ ਤੇ ਦੂਰ ਸਭਨ ਤੇ ਨੇਰਾ। ਜਦੋਂ ਤਾਂ ਵਿਆਪਕ ਹੋ ਤੇ ਸਾਰਿਆਂ ਦੇ ਨੇੜੇ ਹੋ ਮਹਾਰਾਜ, ਤੁਸੀਂ ਸਭ ਦੇ ਵਿੱਚ ਵਰਤਦੇ ਹੋ, ਨਜ਼ਦੀਕ ਤੋਂ ਨਜ਼ਦੀਕ ਹੋ। ਤੇ ਜਦੋਂ ਮਹਾਰਾਜ ਤੁਸੀਂ ਫਿਰ ਸਭ ਤੋਂ ਨਿਆਰੇ ਹੋ, ਉਦੋਂ ਫਿਰ ਸਭ ਤੋਂ ਦੂਰ ਹੋ, ਫਿਰ ਕੋਈ ਤੁਹਾਡਾ ਭੇਦ ਨਹੀਂ ਜਾਣ ਸਕਦਾ। ਸਾਖੀ ਰੂਪ ਵਸੈ ਜਗ ਸਾਰੇ। ਤੁਸੀਂ ਸਾਖੀ ਰੂਪ ਹੋ ਕੇ ਸਾਰੇ ਜਗਤ ਵਿੱਚ ਵਸਦੇ ਹੋ। ਸਾਹੀ ਉਸ ਨੂੰ ਕਹਿੰਦੇ ਹਨ ਜਿਹੜਾ ਸਾਰਾ ਕੁਝ ਵੇਖ ਰਿਹਾ ਹੈ, ਸਭ ਕੁਝ ਕਰ ਰਿਹਾ ਹੈ, ਸਭ ਕੁਝ ਜਾਣ ਰਿਹਾ ਹੈ। ਜੋ ਬ੍ਰਹਮ ਪਰਮਾਤਮਾ ਉਹ ਸਾਹੀ ਰੂਪ ਹੋ ਕੇ ਸਾਡੇ ਸਰੀਰ ਵਿੱਚ ਵਰਤਦਾ ਹੈ। ਆਪੇ ਹੀ ਉਹ ਸਾਰਾ ਕੁਝ ਵੇਖ ਰਿਹਾ, ਆਪੇ ਹੀ ਸਭ ਕੁਝ ਉਹ ਜਾਣਦਾ ਹੈ। ਕਰਤਾ ਭਰਤਾ ਹਰਤਾ ਏਕ। ਪਾਤਸ਼ਾਹ ਸਾਰੇ ਸੰਸਾਰ ਦਾ ਕਰਤਾ ਤੁਸੀਂ ਹੋ, ਯਾਨੀ ਕਿ ਸੰਸਾਰ ਤੁਸੀਂ ਬਣਾਉਂਦੇ ਹੋ। ਫਿਰ ਸਾਰੇ ਸੰਸਾਰ ਦੇ ਮਾਲਕ ਭਰਤਾ ਵੀ ਤੁਸੀਂ ਹੋ, ਸੰਸਾਰ ਨੂੰ ਪਾਲਣ ਵਾਲੇ ਵੀ ਤੁਸੀਂ ਹੋ। ਹਰਤਾ ਏਕ, ਤੇ ਸਾਰੇ ਸੰਸਾਰ ਨੂੰ ਹਰਨ ਵਾਲੇ, ਨਾਸ਼ ਕਰਨ ਵਾਲੇ ਵੀ ਤੁਸੀਂ ਕੇਵਲ ਇੱਕ ਹੋ। ਰਿੱਧ ਪ੍ਰਪੰਚ ਕੇ ਜਲਦ ਵਿਵੇਕ। ਇਸੇ ਤਰ੍ਹਾਂ ਵਿਧਾਤਾ ਦੇ ਰਚੇ ਹੋਏ ਇਸ ਪ੍ਰਪੰਚ ਸੰਸਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜਲਦ ਵਿਵੇਕ ਗਿਆਨ ਦਾ ਸਮੁੰਦਰ ਹੋ। ਤੁਮ ਬਿਨ ਅਪਰ ਨ ਦੂਸਰ ਮਾਨੈ। ਪਾਤਸ਼ਾਹ ਅਸੀਂ ਤੁਹਾਡੇ ਤੋਂ ਬਿਨਾਂ ਕਿਸੇ ਦੂਸਰੇ ਨੂੰ ਮੰਨਦੇ ਹੀ ਨਹੀਂ। ਅਸੀਂ ਤਾਂ ਇਹ ਕਹਿੰਦੇ ਆ ਵੀ ਬਿਨ ਕਰਤਾਰ ਨਾ ਕੀਰਤਮ ਮਾਨੋ, ਵੀ ਕਰਤਾਰ ਤੋਂ ਬਿਨਾਂ ਕਰਤਾ ਕਿਸੇ ਨੂੰ ਨਾ ਜਾਣੋ। ਤੇ ਸਾਡੇ ਵਾਸਤੇ ਤਾਂ ਤੁਸੀਂ ਕਰਤਾਰ ਹੋ। ਅਸੀਂ ਤੁਹਾਨੂੰ ਸਾਰੇ ਸੰਸਾਰ ਦਾ ਕਰਤਾ ਕਰਕੇ ਮੰਨਦੇ ਹਾਂ। ਸਭ ਕੋ ਜਾਣੋ ਇਮ ਹਮ ਜਾਣੈ। ਸਤਿਗੁਰ ਜੀ ਇਸ ਤਰ੍ਹਾਂ ਤੁਸੀਂ ਸਾਰਿਆਂ ਨੂੰ ਜਾਣਨ ਵਾਲੇ ਹੋ, ਸਭ ਦੇ ਹਿਰਦੇ ਦੀ ਜਾਣਦੇ ਹੋ, ਕੋਈ ਵੀ ਆਪ ਜੀ ਤੋਂ ਛਪਿਆ ਨਹੀਂ। ਤੇ ਗਰੀਬ ਨਵਾਜ ਇਸ ਤਰ੍ਹਾਂ ਤੁਹਾਡੀ ਕਿਰਪਾ ਨਾਲ ਇੰਨਾ ਕੀ ਅਸੀਂ ਤੁਹਾਨੂੰ ਜਾਣਦੇ ਹਾਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਨਾ ਵੀ ਤੁਸੀਂ ਕਿਵੇਂ ਸਾਨੂੰ ਜਾਣਦੇ ਹੋ। ਤੇ ਬਾਬਾ ਆਨੰਦ ਜੀ ਨੇ ਆਖਿਆ ਮਹਾਰਾਜ ਅਸੀਂ ਤਾਂ ਤੁਹਾਨੂੰ ਬ੍ਰਹਮ ਸਰੂਪ ਜਾਣਦੇ ਹਾਂ। ਭਾਵੇਂ ਤੁਸੀਂ ਜਿੰਨੇ ਮਰਜ਼ੀ ਕੌਤਕ ਸੰਸਾਰ ਵਿੱਚ ਆਮ ਮਨੁੱਖਾਂ ਵਾਲੇ ਕਰੀ ਜਾਓ, ਅਸੀਂ ਭਰਮਦੇ ਨਹੀਂ ਤੁਹਾਡੀ ਕਿਰਪਾ ਨਾਲ, ਕਿਉਂਕਿ ਸਾਡਾ ਕੰਮ ਹੈ ਜਮੂਰੇ ਵਾਲਾ। ਜਿਵੇਂ ਬਾਜੀਗਰ ਦਾ ਜਮੂਰਾ ਛੋਟਾ ਸੇਵਕ ਹੁੰਦਾ ਹੈ, ਅਸੀਂ ਤੁਹਾਡੇ ਛੋਟੇ ਜਿਹੇ ਸੇਵਕ ਹਾਂ। ਤੇ ਤੁਸੀਂ ਸਾਡੇ ਤੇ ਆਪਣੀ ਕਿਰਪਾ ਰੱਖਦੇ ਹੋ, ਇੰਨਾ ਕੁ ਅਸੀਂ ਤੁਹਾਨੂੰ ਜਾਣਦੇ ਹਾਂ। ਅਦਭੁਤ ਕਹਿਓ ਨ ਜਾਏ ਚਰਿਤ੍ਰ। ਪਾਤਸ਼ਾਹ ਤੁਹਾਡੇ ਜਿਹੜੇ ਚਰਿੱਤਰ ਬੜੇ ਅਦਭੁਤ ਨੇ, ਜਿਨ੍ਹਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਹਾਡੀ ਮਹਿਮਾ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਕਹਿਨ ਸੁਨਨ ਤੇ ਹੋਏ ਪਵਿੱਤਰ। ਜਿਹੜਾ ਵੀ ਮਨੁੱਖ ਤੁਹਾਡੇ ਅਦਭੁਤ ਚਰਿੱਤਰ ਕਹਿੰਦਾ, ਕਥਨ ਕਰਦਾ, ਔਰ ਜਿਹੜਾ ਤੁਹਾਡੇ ਚਰਿੱਤਰਾਂ ਨੂੰ ਪ੍ਰੇਮ ਦੇ ਨਾਲ ਸੁਣਦਾ ਮਹਾਰਾਜ ਜੀ, ਉਹਦਾ ਮਨ ਤਨ ਹਿਰਦਾ ਪਵਿੱਤਰ ਹੋ ਜਾਂਦਾ। ਜਿਹੜੇ ਭਾਵਨਾ ਨਾਲ ਤੁਹਾਡੀ ਉਪਮਾ ਸੁਣਦੇ ਹਨ। ਇਮ ਆਨੰਦ ਤੇ ਸੁਨ ਕਰ ਕਾਨੇ। ਇਸ ਤਰ੍ਹਾਂ ਭਾਈ ਆਨੰਦ ਦੀ ਰਸਨਾ ਤੋਂ ਮਹਾਰਾਜ ਨੇ ਇਹ ਬਚਨ ਸੁਣੇ ਹਨ। ਸ੍ਰੀ ਗੁਰੂ ਹਰਗੋਬਿੰਦ ਮੁਸਕਾਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਪਏ ਹਨ। ਤੁਮ ਆਨੰਦ ਹੋ ਲਹਿਓ ਆਨੰਦ। ਪਾਤਸ਼ਾਹ ਕਹਿੰਦੇ ਤੁਹਾਡਾ ਨਾਮ ਵੀ ਆਨੰਦ ਹੈ, ਤੇ ਬਾਬਾ ਜੀ ਆਨੰਦ ਦੀ ਪ੍ਰਾਪਤੀ ਵੀ ਤੁਸੀਂ ਕਰ ਲਈ ਹੈ। ਸੁਜ ਸਬਿਲੰਦ ਸੰਪੂਰਨ ਚੰਦ। ਤੇ ਤੁਹਾਡਾ ਜਸ ਜਗਤ ਵਿੱਚ ਇਸ ਤਰ੍ਹਾਂ ਫੈਲਿਆ ਜਿਵੇਂ ਸੰਪੂਰਨ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਹੈ।
ਪੁਨ ਸਭ ਸੰਗਤ ਮਹਿ ਨਰ ਫੇਰਾ। ਸਤਿਗੁਰੂ ਮਹਾਰਾਜ ਨੇ ਫਿਰ ਸਾਰੀ ਸੰਗਤ ਦੇ ਵਿੱਚ ਆਪਣਾ ਇੱਕ ਸੇਵਕ ਭੇਜਿਆ ਹੈ। ਸਭ ਅਕੌਰ ਆਨਹੁ ਇਸ ਬੇਰਾ। ਜਾਓ ਜਾ ਕੇ ਸਾਰੀ ਸੰਗਤ ਨੂੰ ਸੁਨੇਹਾ ਦਿਓ, ਜਿੰਨੀਆਂ ਵੀ ਸੰਗਤਾਂ ਨੇ ਉਹ ਭਟਾਵਾਂ ਲੈ ਕੇ ਹਾਜ਼ਰ ਹੋ ਜਾਣ। ਸ੍ਰੀ ਆਨੰਦ ਕੀ ਪੂਜ ਵਡਾਵਹੁ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ ਬਾਬਾ ਆਨੰਦ ਜੀ ਦੀ ਪੂਜਾ ਵਿੱਚ ਭੇਟਾਵਾਂ ਆ ਕੇ ਅਰਪਣ ਕਰ ਦਿਓ। ਫਲ ਆਨੰਦ ਹੀ ਜਿਸ ਤੇ ਪਾਵਹੁ। ਤੇ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਆਨੰਦ ਫਲ ਦੀ ਪ੍ਰਾਪਤੀ ਕਰੋਗੇ। ਸੁਨ ਗੁਰ ਆਗਿਆ ਕੋ ਸਭ ਆਏ। ਸਤਿਗੁਰਾਂ ਦੀ ਆਗਿਆ ਸੁਣ ਕੇ ਸਾਰੀਆਂ ਸੰਗਤਾਂ ਹਾਜ਼ਰ ਹੋ ਗਈਆਂ ਹਨ। ਅਨਕ ਉਪਾਇਨ ਕੋ ਅਰ ਪਾਏ। ਹਰ ਇੱਕ ਗੁਰਸਿੱਖ ਪਿਆਰੇ ਨੇ ਅਨੇਕਾਂ ਪ੍ਰਕਾਰਾਂ ਦੀਆਂ ਭਟਾਵਾਂ ਅਰਪਣ ਕੀਤੀਆਂ ਹਨ। ਮਾਇਆ ਬ੍ਰਿੰਦ ਚੜੀ ਕੋ ਹੇਰ। ਸਾਧ ਸੰਗਤ ਜੀ ਕਹਿੰਦੇ ਬਹੁਤ ਭਾਰੀ ਮਾਇਆ ਦਾ ਉੱਥੇ ਗੱਫਾ ਹਾਜ਼ਰ ਹੋਇਆ ਹੈ। ਮਾਇਆ ਕੀ ਬਸਤਰ ਗਹਿਣੇ ਆਦਿਕ ਉਹਦੇ ਢੇਰ ਲੱਗ ਗਏ ਹਨ। ਕਹਿਓ ਆਨੰਦ ਭਗਤ ਜੀ ਫੇਰ। ਕਵੀ ਜੀ ਕਹਿੰਦੇ ਭਾਈ ਆਨੰਦ ਭਗਤ ਜੀ, ਉਹਨਾਂ ਨੇ ਫਿਰ ਸ਼ਬਦ ਵਰਤਿਆ ਵੀ ਭਗਤ ਸਨ ਬਾਬਾ ਆਨੰਦ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਇਹ ਪੂਜਾ ਸਭ ਤੁਮਹਿ ਸੁਹਾਤ। ਸਤਿਗੁਰੂ ਗਰੀਬ ਨਵਾਜ ਇਹ ਜਿਹੜੀ ਪੂਜਾ ਹੈ ਨਾ, ਇਹ ਆਪ ਜੀ ਨੂੰ ਹੀ ਸ਼ੋਭਾ ਪਾਉਂਦੀ ਹੈ। ਜਗ ਗੁਰ ਸਮਰੱਥ ਹੋ ਸਭ ਭਾਂਤ। ਕਿਉਂਕਿ ਆਪ ਜੀ ਜਗਤ ਦੇ ਗੁਰੂ ਹੋ ਨਾ, ਇਸ ਤਰ੍ਹਾਂ ਪੂਜਾ ਕਰਾਉਣ ਦੇ ਤੁਸੀਂ ਯੋਗ ਹੋ। ਪਾਤਸ਼ਾਹ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ, ਆ ਕੁਝ ਅਸੀਂ ਨਹੀਂ ਸਹਾਰ ਸਕਦੇ। ਰੁਦਰ ਦਰਿਦਰ ਹਮ ਹੈ ਦਿਖ ਪਰੈ। ਪਾਤਸ਼ਾਹ ਜੀ ਇਹ ਜਿਹੜੀ ਮਾਇਆ ਨਾ ਸਾਨੂੰ ਤਾਂ ਦਲਿੱਦਰ ਰੂਪ ਦੇ ਵਿੱਚ ਦਿਖਾਈ ਦਿੰਦੀ ਹੈ। ਮਾਇਆ ਦਲਿੱਦਰ ਹੈ। ਨਹਿ ਕਬ ਹੂੰ ਕਰ ਛੂਵਨ ਕਰੈ। ਅਸੀਂ ਤਾਂ ਕਦੇ ਵੀ ਇਸ ਮਾਇਆ ਨੂੰ ਆਪਣੇ ਹੱਥਾਂ ਦੇ ਨਾਲ ਛੂੰਹਦੇ ਨਹੀਂ ਹਾਂ। ਸੁਨ ਗਨ ਭਰਿਓ ਅਬ ਹੈ ਇਹ ਲੀਜੈ। ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਇਹ ਮਾਇਆ ਹੁਣ ਤੁਸੀਂ ਲੈ ਲਵੋ। ਨਿਜ ਕਰਤੇ ਕਿਸ ਹੂੰ ਬਖਸ਼ੀਜੈ। ਤੇ ਤੁਸੀਂ ਜੇ ਮਾਇਆ ਆਪ ਨਹੀਂ ਰੱਖਣੀ ਤੇ ਆਪਣੇ ਹੱਥਾਂ ਦੇ ਨਾਲ ਕਿਸੇ ਹੋਰ ਨੂੰ ਬਖਸ਼ਿਸ਼ ਕਰ ਦਿਓ, ਕਿਸੇ ਹੋਰ ਦੀ ਝੋਲੀ ਵਿੱਚ ਪਾ ਦਿਓ। ਤਬ ਆਨੰਦ ਨਹਿ ਬਾਕ ਹਟਾਇਓ। ਇਹ ਬਚਨ ਸੁਣ ਕੇ ਬਾਬਾ ਆਨੰਦ ਜੀ ਨੇ ਮਹਾਰਾਜ ਦੇ ਬਚਨ ਨਹੀਂ ਮੋੜੇ ਹਨ। ਮਾਨ ਸਿੰਘ ਕੋ ਨਿਕਟ ਬੁਲਾਇਓ। ਉਹਨਾਂ ਨੇ ਇੱਕ ਗੁਰਮੁਖ ਪਿਆਰਿਆਂ ਨੂੰ ਆਪਣੇ ਕੋਲ ਬੁਲਾਇਆ, ਜਿਨ੍ਹਾਂ ਦਾ ਨਾਮ ਮਾਨ ਸਿੰਘ ਹੈ। ਧਨ ਦੇ ਕਰ ਸਮਝਾਏ ਸੁਨਾਇਓ। ਉਹਨਾਂ ਨੂੰ ਮਾਇਆ ਧਨ ਪਦਾਰਥ ਬਸਤਰ ਦੇ ਕਰਕੇ ਗੱਲ ਸਮਝਾ ਦਿੱਤੀ। ਹੇ ਸਤ ਬਿਤ ਲਿਹ ਭੋਗ ਪੁਗਾਇਓ। ਬਾਬਾ ਆਨੰਦ ਜੀ ਕਹਿਣ ਲੱਗੇ ਹੇ ਪੁੱਤਰ ਇਹ ਮਾਇਆ ਲੈ ਲੈ। ਇਹ ਮਾਇਆ ਪ੍ਰਾਪਤ ਕਰਕੇ ਸੰਸਾਰ ਦੇ ਪਦਾਰਥਾਂ ਦਾ ਭੋਗ ਜਿਹੜਾ ਭੋਗ ਲਵੋ। ਸੁਖ ਪਾਵਹੁ ਤੁਮ ਲੇਖ ਸਮਾਥੇ। ਤੁਹਾਡੇ ਮਸਤਕ ਦੇ ਉੱਪਰ ਲੇਖ ਲਿਖੇ ਹੋਏ ਨੇ ਤੇ ਇਹ ਮਾਇਆ ਲੈ ਕੇ ਤੁਸੀਂ ਸੁਖ ਪ੍ਰਾਪਤ ਕਰ ਲਵੋ। ਮਨ ਭਾਵਤ ਭੋਗਹੁ ਧਨ ਸਾਥੇ। ਤੇ ਮਨ ਭਾਉਂਦਾ ਸੁਖ ਇਸ ਮਾਇਆ ਦੇ ਨਾਲ ਤੁਸੀਂ ਪ੍ਰਾਪਤ ਕਰ ਲਵੋ। ਕੇਤਕ ਦਿਨ ਰਾਖੇ ਗੁਰ ਪਾਸ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਆਨੰਦ ਜੀ ਨੂੰ ਕੁਝ ਦਿਨ ਆਪਣੇ ਪਾਸ ਰੱਖਿਆ ਹੈ। ਭਾਂਤ ਭਾਂਤ ਕੇ ਬਾਗ ਪ੍ਰਕਾਸ਼। ਇਸ ਤਰ੍ਹਾਂ ਭਾਂਤ ਭਾਂਤ ਦੀ ਗੋਸ਼ਟੀ ਹੋਈ, ਵਿਚਾਰ ਚਰਚਾ ਆਪਸ ਵਿੱਚ ਹੋਈ ਹੈ। ਸੁਨ ਕਹਿ ਬਿਦਾ ਭਏ ਜ ਆਨੰਦ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਾਬਾ ਆਨੰਦ ਜੀ ਵਿਦਾ ਹੋ ਗਏ ਹਨ। ਕਰੇ ਪਰਸ ਪਰ ਮਹਿਦ ਆਨੰਦ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਆਨੰਦ ਜੀ ਨੇ ਪਰਸਪਰ ਆਪਸ ਵਿੱਚ ਮਿਲ ਕੇ ਬਚਨ ਬਿਲਾਸ ਕਰਕੇ ਭਾਰੀ ਆਨੰਦ ਪ੍ਰਾਪਤ ਕੀਤਾ ਹੈ। ਹਿਤ ਅਸਵਾਰੀ ਸੇਵਕਾ ਦੀਨ। ਬਾਬਾ ਆਨੰਦ ਜੀ ਦੀ ਅਸਵਾਰੀ ਵਾਸਤੇ ਮਹਾਰਾਜ ਨੇ ਇੱਕ ਪਾਲਕੀ ਭੇਟ ਕੀਤੀ ਹੈ। ਮਨ ਭਾਈ ਗੜੀਆ ਸੰਗ ਕੀਨ। ਸਤਿਗੁਰਾਂ ਨੇ ਫਿਰ ਭਾਈ ਗੜੀਆ ਜੀ ਨੂੰ ਨਾਲ ਵਾਪਸ ਗੋਇੰਦਵਾਲ ਸਾਹਿਬ ਭੇਜ ਦਿੱਤਾ ਹੈ। ਗੋਇੰਦਵਾਲ ਜਾਏ ਪਹੁੰਚਾਏ। ਭਾਈ ਗੜੀਆ ਜੀ ਬਾਬਾ ਆਨੰਦ ਜੀ ਨੂੰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਜਾ ਪਹੁੰਚੇ ਹਨ। ਸਭ ਸੋ ਮਿਲ ਗੁਰ ਸੁਜਸ ਅਲਾਏ। ਗੋਇੰਦਵਾਲ ਸਾਹਿਬ ਜਾ ਕੇ ਸਾਰਿਆਂ ਨੂੰ ਮਿਲ ਕੇ ਮਹਾਰਾਜ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਸ੍ਰੇਸ਼ਟ ਜਸ ਗਾਇਆ ਹੈ। ਅਬ ਲਗ ਧਰੀ ਪਾਲਕੀ ਸੋਈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਜਿਹੜੀ ਪਾਲਕੀ ਅਜੇ ਤਾਈਂ ਇਹ ਦੱਸੀ ਦੀ ਹੈ ਵੀ ਗੋਇੰਦਵਾਲ ਸਾਹਿਬ ਵਿਖੇ ਮੌਜੂਦ ਹੈ। ਢੇਰ ਨਮੋ ਠਾਨ ਹੈ ਸਭ ਕੋਈ। ਹਰ ਕੋਈ ਵੇਖ ਕੇ ਦਰਸ਼ਨ ਕਰਕੇ ਭਾਵਨਾ ਦੇ ਨਾਲ ਇਸ ਪਾਲਕੀ ਨੂੰ ਨਮਸਕਾਰ ਕਰਦਾ ਹੈ। ਸ੍ਰੀ ਗੁਰੂ ਹਰਗੋਬਿੰਦ ਜੀ ਦੀਨ। ਇਸ ਤਰ੍ਹਾਂ ਜਿਹੜੀ ਪਾਲਕੀ ਮਹਾਰਾਜ ਨੇ ਬਾਬਾ ਆਨੰਦ ਜੀ ਨੂੰ ਭੇਟ ਕੀਤੀ ਹੈ। ਗੋਇੰਦਵਾਲ ਧਰੀ ਦਤ ਦੀਪੀਨ। ਇਸ ਤਰ੍ਹਾਂ ਇਹ ਜਿਹੜੀ ਪਾਲਕੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੁਸ਼ੋਭਿਤ ਕੀਤੀ ਹੈ। ਕਵੀ ਜੀ ਨੇ 18ਵੀਂ ਸਦੀ ਵਿੱਚ ਇਹ ਗ੍ਰੰਥ ਲਿਖਿਆ ਹੈ।
ਤਾਂ ਸਾਧ ਸੰਗਤ ਜੀ ਭਾਈ ਵੀਰ ਸਿੰਘ ਹੋਰਾਂ ਨੇ ਫਿਰ ਇਹ ਨਾਲ ਬਚਨ ਸਾਂਝਾ ਕੀਤਾ ਵੀ ਇਹ ਪਾਲਕੀ ਜਿਹੜੀ ਵੀ ਹੁਣ ਉੱਥੇ ਦਿਖਾਈ ਨਹੀਂ ਦਿੰਦੀ, ਇੱਕ ਪਾਲਕੀ ਜ਼ਰੂਰ ਦਿਖਾਈ ਦਿੰਦੀ ਹੈ ਜਿਸ ਪਾਲਕੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਥੀਆਂ ਸੁਸ਼ੋਭਿਤ ਕਰਕੇ ਲੈਣ ਆਏ ਸਨ। ਉਹ ਪਾਲਕੀ ਜ਼ਰੂਰ ਉੱਥੇ ਬਿਰਾਜਮਾਨ ਹੈ, ਪਰ ਇਹ ਜਿਹੜੀ ਪਾਲਕੀ ਹੋ ਸਕਦਾ ਵੀ ਜਦੋਂ ਕਵੀ ਜੀ ਨੇ 18ਵੀਂ ਸਦੀ ਵਿੱਚ ਗ੍ਰੰਥ ਲਿਖਿਆ ਹੋਵੇ ਉਸ ਵਕਤ ਕਿਤੇ ਉੱਥੇ ਮੌਜੂਦ ਹੋਵੇ। ਤੇ ਹੁਣ ਭਾਈ ਵੀਰ ਸਿੰਘ ਕਹਿੰਦੇ ਵੀ ਇਹ ਪਾਲਕੀ ਉੱਥੇ ਨਹੀਂ, ਇਹੀ ਦੱਸਿਆ ਜਾਂਦਾ ਵੀ ਦੂਜੀ ਪਾਲਕੀ ਜਿਹੜੀ ਪੰਜਵੇਂ ਪਾਤਸ਼ਾਹ ਦੀ ਉਹ ਬਿਰਾਜਮਾਨ ਹੈ। ਤਾਂ ਮਹਾਰਾਜ ਜੀ ਦੇ ਸੇਵਕ ਇੱਕ ਰਬਾਬੀ ਭਾਈ ਬਾਬਕ, ਜਿਨ੍ਹਾਂ ਨੇ ਸਤਿਗੁਰਾਂ ਦੇ ਘਰ ਦੇ ਵਿੱਚ ਰਹਿ ਕੇ ਬੜੀ ਭਾਵਨਾ ਦੇ ਨਾਲ ਕੀਰਤਨ ਕੀਤਾ ਤੇ ਉਹ ਪ੍ਰਲੋਕ ਗਮਨ ਕਰਨਗੇ, ਉਹਨਾਂ ਉੱਪਰ ਵੀ ਮਹਾਰਾਜ ਦਇਆ ਕਰਕੇ ਉਹਨਾਂ ਨੂੰ ਆਪਣੇ ਪਾਵਨ ਪਵਿੱਤਰ ਸਥਾਨ ਗੁਰਪੁਰੀ ਵਿਖੇ ਚਰਨਾਂ ਵਿੱਚ ਮਹਾਰਾਜ ਥਾਂ ਬਖਸ਼ਣਗੇ। ਕਥਾ ਆਪਾਂ ਕੱਲ੍ਹ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।